All participants are muted. ਟੀਵੀ ਆਪਣਾ ਸਾਂਝਾ ਪੰਜਾਬ ਅਤੇ ਰੇਡੀਓ ਵੌਇਸ ਆਫ ਖਾਲਸਾ ਸੁਣ ਰਹੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਕੁਲਵਿੰਦਰ ਸਿੰਘ ਤੇਜੀ ਸ਼ਿਕਾਗੋ ਸਟੂਡੀਓ ਤੋਂ ਪ੍ਰੋਗਰਾਮ ਜਿਹੜਾ ਅੱਜ ਨਵਾਂ ਅਸੀਂ ਆਪ ਜੀ ਦੀ ਸੇਵਾ ਵਿੱਚ ਲੈ ਕੇ ਹਾਜ਼ਰ ਹੋਏ ਹਾਂ। ਇਹ ਜਿਹੜਾ ਆਪਣਾ ਪ੍ਰੋਗਰਾਮ ਆ ਪੰਥਕ ਸੱਤ ਸਾਂਝ ਸਲਾਹ ਤੇ ਹੱਲ, ਜਿਹੜਾ ਪ੍ਰੋਗਰਾਮ ਆਪਾਂ ਹਰ ਸ਼ਨੀਵਾਰ ਜਿਹੜਾ 9 ਵਜੇ ਲੈ ਕੇ ਸ਼ਿਕਾਗੋ ਟਾਈਮ 'ਤੇ ਜਿਹੜਾ ਪ੍ਰੋਗਰਾਮ ਆਪ ਜੀ ਦੀ ਸੇਵਾ ਵਿੱਚ ਜਿਹੜੇ ਹਾਜ਼ਰ ਹੋਇਆ ਕਰਾਂਗੇ। ਅਤੇ ਅੰਮ੍ਰਿਤਸਰ ਟਾਈਮ ਜਿਹੜਾ ਸ਼ਾਮ ਦਾ 7:30 ਵਜੇ ਦਾ ਟਾਈਮ ਇਹ ਪ੍ਰੋਗਰਾਮ ਆਪਣਾ ਜਿਹੜਾ ਲਾਈਵ ਤੁਸੀਂ ਰੇਡੀਓ ਵੌਇਸ ਆਫ ਖਾਲਸਾ 'ਤੇ ਜਾਂ ਟੀਵੀ ਆਪਣਾ ਸਾਂਝਾ ਪੰਜਾਬ ਦੇ ਫੇਸਬੁੱਕ ਪੇਜ 'ਤੇ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪੰਥਕ ਸੱਤ ਦਾ ਫੇਸਬੁੱਕ ਪੇਜ ਆ ਉਸ 'ਤੇ ਵੀ ਆਪਾਂ ਪ੍ਰੋਗਰਾਮ ਜਿਹੜਾ ਤੁਸੀਂ ਲਾਈਵ ਇਹਨੂੰ ਦੇਖ ਸਕਿਆ ਕਰੋਗੇ। ਸੋ ਸਭ ਤੋਂ ਪਹਿਲਾਂ ਮਾਫੀ ਚਾਹੁੰਦੇ ਹਾਂ ਕਿ ਅੱਜ ਪਹਿਲਾ ਦਿਨ ਸੀਗਾ, ਪ੍ਰੋਗਰਾਮ ਥੋੜ੍ਹਾ ਜਿਹਾ ਲੇਟ ਸ਼ੁਰੂ ਕਰ ਰਹੇ ਹਾਂ। ਸੋ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਵੱਖੋ ਵੱਖ ਵਿਸ਼ਿਆਂ ਦੇ ਉੱਪਰ ਜਿਹੜੇ ਪੰਥਕ ਵਿਸ਼ੇ ਆ ਜਿਹੜੇ ਉਹਨਾਂ ਦੇ ਲੈ ਕੇ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਜਿਹੜੀ ਗੱਲਬਾਤ ਕਰਿਆ ਕਰਾਂਗੇ। ਅਤੇ ਉਹਦੇ ਵਿੱਚ ਜਿਹੜੀ ਆਪਾਂ ਜਿਹੜੇ ਆਪਣੇ ਸੁਣਨ ਵਾਲੇ ਸਰੋਤੇ ਆ ਨਾਲ ਉਹਨਾਂ ਦੀ ਵੀ ਸਾਂਝ ਜਿਹੜੀ ਆ ਸਲਾਹ ਜਿਹੜੀ ਆ ਨਾਲ ਲੈ ਕੇ ਆਪਾਂ ਜਿਹੜੇ ਪੰਥਕ ਵਿਸ਼ੇ ਆ ਉਹਨਾਂ ਦੇ ਹੱਲ ਲੱਭਣ ਦੀ ਕੋਸ਼ਿਸ਼ ਕਰਾਂਗੇ। ਅਤੇ ਆਪਾਂ ਵੱਖੋ ਵੱਖ ਵਿਸ਼ਿਆਂ 'ਤੇ ਜਿਹੜੀ ਇਸ ਵੀ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਿਆ ਕਰਾਂਗੇ। ਸੋ ਸਭ ਤੋਂ ਪਹਿਲਾਂ ਇਸ ਪ੍ਰੋਗਰਾਮ ਨੂੰ ਤੁਸੀਂ ਜਿਹੜਾ ਹੈਗਾ ਰੇਡੀਓ ਵੌਇਸ ਆਫ ਖਾਲਸਾ ਤੋਂ ਲਾਈਵ ਸੁਣ ਸਕਦੇ ਹੋ, ਪਰ ਜੇ ਤੁਸੀਂ USA ਤੋਂ ਫੋਨ ਡਾਇਲ ਕਰਕੇ ਸੁਣਨਾ ਚਾਹੁੰਦੇ ਆ ਤਾਂ USA ਤੋਂ ਸਾਡਾ ਨੰਬਰ ਹੈਗਾ 6055629864 ਜਾਂ ਕੈਨੇਡਾ ਤੋਂ 6474969718 ਇਸ ਨੰਬਰ 'ਤੇ ਤੁਸੀਂ ਡਾਇਲ ਕਰਕੇ ਸੁਣ ਸਕਦੇ ਆ। ਅਤੇ ਨਾਲ ਦੀ ਨਾਲ ਜਿਹੜੇ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਅਸੀਂ ਤੁਹਾਡੀਆਂ ਕਾਲਾਂ ਵੀ ਲਵਾਂਗੇ, ਪਹਿਲਾਂ ਜੋ ਆਪਣੇ ਗੈਸਟ ਹੋਣਗੇ ਉਹਨਾਂ ਨਾਲ ਆਪਾਂ ਥੋੜ੍ਹਾ ਚਿਰ ਗੱਲਬਾਤ ਕਰਕੇ ਉਹਨਾਂ ਤੋਂ ਜਾਣਕਾਰੀ ਲੈ ਕੇ ਅਤੇ ਜਿਹੜੀਆਂ ਕਾਲਾਂ ਵੀ ਆਪਾਂ ਓਪਨ ਕਰਾਂਗੇ। ਸੋ ਤੁਹਾਡੀ ਕਾਲ ਵੀ ਹੈ ਜਿਹੜੀ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਨਾਲ ਲਵਾਂਗੇ। ਸੋ ਅੱਜ ਦਾ ਜਿਹੜਾ ਵਿਸ਼ਾ ਹੈਗਾ, ਅੱਜ ਦਾ ਆਪਣਾ ਵਿਸ਼ਾ ਹੈਗਾ ਜੋ ਸੈਂਸਸ ਜਿਹੜੀ 2020 ਜਿਹੜੀ ਅਮਰੀਕਾ ਦੇ ਵਿੱਚ ਜਿਹੜੀ ਹੋ ਰਹੀ ਆ ਉਸ ਵਿਸ਼ੇ 'ਤੇ ਜਿਹੜੀ ਆਪਾਂ ਅੱਜ ਗੱਲਬਾਤ ਕਰਨ ਜਾ ਰਹੇ ਹਾਂ। ਸੋ ਇਸ ਵਿਸ਼ੇ 'ਤੇ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਯੂਨਾਈਟਿਡ ਸਿੱਖਸ ਤੋਂ ਵੀਰ ਗੁਰਵਿੰਦਰ ਸਿੰਘ ਆ ਜਿਹੜੇ ਉਹ ਹਾਜ਼ਰ ਹੋਏ ਆ। ਆਓ ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਪ੍ਰੋਗਰਾਮ ਵਿੱਚ ਸਵਾਗਤ ਕਰਦੇ ਹਾਂ ਜੀ। ਹਾਂਜੀ ਭਾਈ ਗੁਰਵਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਮੈਂ ਤੁਹਾਡਾ ਤੇ ਜਿਹੜਾ ਮਾਧਿਅਮ ਆਪਣੇ ਪੰਥ ਲਈ ਬਣਿਆ ਹੋਇਆ ਆ ਆਪਣਾ ਸਾਂਝਾ ਪੰਜਾਬ ਦਾ, ਅਸੀਂ ਤਹਿ ਦਿਲੋਂ ਧੰਨਵਾਦੀ ਹਾਂ ਕਿ ਤੁਸੀਂ ਸਾਨੂੰ ਇਹ ਮੌਕਾ ਦਿੱਤਾ ਕਿ ਅਸੀਂ ਸੰਗਤਾਂ ਦੇ ਰੂਬਰੂ ਹੋ ਸਕੀਏ। ਬਹੁਤ ਬਹੁਤ ਧੰਨਵਾਦ ਤੁਹਾਡਾ ਭਾਈ ਸਾਹਿਬ ਜੀ, ਜਿਹੜਾ ਸਾਡੇ ਨਾਲ ਤੁਸੀਂ ਅੱਜ ਜੁੜੇ ਆ ਅਤੇ ਇਹ ਜਾਣਕਾਰੀ ਜਿਹੜੀ ਆਪਾਂ ਸਾਰੇ ਸਿੱਖ ਸਰੋਤਿਆਂ ਨਾਲ, ਖਾਸ ਕਰਕੇ ਜਿਹੜੇ USA ਦੇ ਵਿੱਚ ਆਪਣੇ ਜਿਹੜੇ ਸਿੱਖ ਸੰਗਤਾਂ ਜਿਹੜੀਆਂ ਹੈਗੀਆਂ ਉਹਨਾਂ ਨਾਲ ਸਾਂਝੀ ਕਰਨ ਵਾਸਤੇ ਆਪਾਂ ਪ੍ਰੋਗਰਾਮ ਵਾਸਤੇ ਜੁੜੇ ਹਾਂ। ਸਭ ਤੋਂ ਪਹਿਲਾਂ ਤਾਂ ਤੁਸੀਂ ਸਾਨੂੰ ਥੋੜ੍ਹੀ ਜਿਹੀ ਜਿਹੜੀ ਇਹ ਸੈਂਸਸ 2020 ਦੇ ਬਾਰੇ ਜਿਹੜੀ ਜਾਣਕਾਰੀ ਦਿਓ ਕਿ ਇਹ ਸੈਂਸਸ ਦੀ ਜਿਹੜੀ ਆਪਣੇ ਅਹਿਮੀਅਤ ਕੀ ਆ, ਸੈਂਸਸ ਦੇ ਵਿੱਚ ਆਪਣੇ ਆਪ ਨੂੰ ਦਰਜ ਕਰਾਉਣਾ ਕਿਉਂ ਜ਼ਰੂਰੀ ਹੈ। ਫਿਰ ਆਪਾਂ ਜਿਹੜਾ ਸਿੱਖੀ ਐਂਗਲ ਤੋਂ ਵੀ ਆਪਾਂ ਗੱਲਬਾਤ ਕਰਾਂਗੇ। ਹਾਂਜੀ ਜੀ, ਪਹਿਲਾਂ ਤਾਂ ਜੀ ਦੇਖੋ, ਸੈਂਸਸ ਮਰਦਮਸ਼ੁਮਾਰੀ ਹੁੰਦੀ ਆ ਕਿ ਗਿਣਤੀ ਹੁੰਦੀ ਆ ਕਿ ਇੱਕ ਦੇਸ਼ ਵਿੱਚ ਕਿੰਨੇ ਨਾਗਰਿਕ ਵਸਦੇ ਨੇ, ਤੇ ਉਹਦੇ ਆਧਾਰ ਤੇ ਅਮਰੀਕਾ ਦੀ ਗੱਲ ਇਹ ਹੈਗੀ ਆ ਕਿ ਉਹਦੇ ਆਧਾਰ ਤੇ ਬਹੁਤ ਹੀ ਕੁਝ ਹੁੰਦਾ ਆ। ਸਰਕਾਰ ਦੇ ਜਿਹੜੇ ਰਣਨੀਤੀਆਂ ਨੇ ਉਹ ਬਣੀਆਂ ਜਾਂਦੀਆਂ ਨੇ ਕਿ ਜਿਹੜੇ ਫੰਡਸ ਨੇ, ਜਿਹੜੀ ਸਹੂਲਤਾਂ ਨੇ ਉਹ ਕਿਵੇਂ ਵੰਡੀਆਂ ਜਾਣਗੀਆਂ, ਕਿੰਨੀਆਂ ਵੰਡੀਆਂ ਜਾਣਗੀਆਂ ਤੇ ਕਿਉਂ ਵੰਡੀਆਂ ਜਾਣਗੀਆਂ। ਹੁਣ ਜਿਹੜੀਆਂ ਸੜਕਾਂ ਨੇ, ਜਿਹੜੇ ਹਸਪਤਾਲ ਨੇ, ਜਿਹੜੇ ਸਕੂਲ ਨੇ, ਇਹ ਸਾਰਾ ਕੁਛ ਗਿਣਤੀ ਦੇ ਆਧਾਰ ਤੇ ਪਹਿਲਾਂ ਹੀ ਤੈਅ ਕੀਤਾ ਜਾਂਦਾ ਆ। ਤੇ ਮੈਂ ਫੈਡਰਲ ਗਵਰਨਮੈਂਟ ਦੀ ਗੱਲ ਕਰ ਰਿਹਾ ਕਿ ਉਹਨਾਂ ਨੇ ਉਸ ਇਲਾਕੇ ਨੂੰ ਕਿੰਨੇ ਪੈਸੇ ਦੇਣੇ ਆ, ਕਿੰਨੀ ਸਹੂਲਤਾਂ ਦੇਣੀਆਂ, ਕਿੰਨੀ ਸਹਾਇਤਾ ਕਰਨੀ ਆ। ਜੇ ਉਹਨਾਂ ਨੇ ਦੇਖਿਆ ਕਿ ਉਸ ਇਲਾਕੇ ਦੇ ਵਿੱਚ ਗਿਣਤੀ ਵੱਧਦੀ ਆ ਤਾਂ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਦਾ। ਦੇਖੋ, ਅਮਰੀਕਾ ਦੇ ਵਿੱਚ 435 ਕਾਂਗਰਸਮੈਨ ਨੇ ਜਿਹਨਾਂ ਨੂੰ ਤੁਸੀਂ ਪਾਰਲੀਮੈਂਟ ਵਾਂਗੂ ਕਹਿ ਸਕਦੇ ਹੋ। 435 ਕਾਂਗਰਸਮੈਨ ਜਿਹੜੇ ਹੁੰਦੇ ਨੇ ਉਹ ਰਹਿਣੇ ਉਹਨੇ ਹੀ ਨੇ, ਪਰ ਕਈ ਵਾਰ ਗਿਣਤੀ ਦੇ ਆਧਾਰ ਤੇ ਕਈ ਸਟੇਟਸ, ਕਈ ਸੂਬਿਆਂ ਨੂੰ ਉਸ ਜਿਹੜੇ ਕਾਂਗਰਸਮੈਨ ਵੱਧ ਜਾਂਦੇ ਨੇ, ਕਈਆਂ ਦੇ ਘਟ ਜਾਂਦੇ ਨੇ। ਸੋ ਅਸੀਂ ਦੇਖਾਂਗੇ ਕਿ 2010 ਦੀ ਮਰਦਮਸ਼ੁਮਾਰੀ ਦੇ ਨਾਲ ਟੈਕਸਸ ਦੇ ਕਾਂਗਰਸਮੈਨ ਵਧੇ ਸੀ, ਕੈਲੀਫੋਰਨੀਆ ਦੇ ਥੋੜੇ ਜਿਹੇ ਘਟੇ ਸੀ, ਕਿਉਂਕਿ ਕਈ ਪਰਿਵਾਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕੈਲੀਫੋਰਨੀਆ ਤੋਂ ਮੂਵ ਹੋਏ ਸੀਗੇ ਤੇ ਟੈਕਸਸ ਵਿੱਚ ਵਸੇ ਸੀਗੇ। ਸੋ ਜਦ ਮਰਦਮਸ਼ੁਮਾਰੀ ਉਹਨਾਂ ਨੇ ਕੀਤੀ 2010 ਦੇ ਵਿੱਚ, ਗਿਣਤੀ ਟੈਕਸਸ ਦੀ ਵਧੀ। ਅਸੀਂ ਟੈਕਸਸ ਤੋਂ, ਡੈਲਸ ਟੈਕਸਸ ਤੋਂ, ਤੇ ਉਦੋਂ ਸਾਡੇ ਜਿਹੜੇ ਨੁਮਾਇੰਦੇ ਨੇ ਕਾਂਗਰਸਮੈਨ ਨੇ ਉਹ ਵਧੇ ਸੀਗੇ। ਸੋ ਤੁਹਾਡੀ ਨੁਮਾਇੰਦਗੀ ਕਿਹਨੇ ਕਰਨੀ ਆ ਸਰਕਾਰ ਦੇ ਵਿੱਚ, ਉਹ ਗਿਣਤੀ ਦੇ ਆਧਾਰ ਤੇ। ਤੁਹਾਡੇ ਬੱਚਿਆਂ ਨੇ ਸਕੂਲਾਂ 'ਚ ਜਾਣਾ, ਉਹਨਾਂ ਨੂੰ ਕਿਹੋ ਜਿਹੇ ਸਕੂਲ ਮਿਲਣੇ ਨੇ, ਉਹਨਾਂ ਵਿੱਚ ਕਿਹੋ ਜਿਹੀ ਪੜ੍ਹਾਈ ਹੋਣੀ ਆ, ਤੁਹਾਡੀ ਸੜਕਾਂ ਕਿਵੇਂ ਹੋਣੀਆਂ ਨੇ,
ਚੌੜੀਆਂ ਹੋਣੀਆਂ ਨੇ, ਉਹਨਾਂ ਨੇ ਗਿਣਤੀ ਦੇਖਣੀ, ਜੇ ਇੱਥੇ ਗਿਣਤੀ ਹੀ ਨਹੀਂ ਹੈਗੀ ਤਾਂ ਸੜਕ ਇੱਕ ਲੇਨ ਦੀ ਹੋ ਸਕਦੀ ਆ। ਗਿਣਤੀ ਵੱਧਦੀ ਆ, ਉਹਨਾਂ ਨੇ ਕਹਿਣਾ ਯਾਰ ਇੱਥੇ ਤਾਂ ਆਬਾਦੀ ਬਹੁਤ ਜ਼ਿਆਦਾ, ਇੱਕ ਲੇਨ ਨਾਲ ਗੱਲ ਨਹੀਂ ਬਣਨੀ, ਇਹਨੂੰ ਸੜਕ ਨੂੰ ਚੌੜੀ ਕਰਨਾ ਪੈਣਾ। ਹਾਂਜੀ, ਹਾਂਜੀ ਨਾਲ ਦੀ ਨਾਲ ਮੈਡੀਕੇਅਰ ਹੋ ਗਿਆ, ਮੈਡੀਕੇਡ ਹੋ ਗਿਆ, ਕਿ ਤੁਹਾਡੀ ਗਿਣਤੀ ਕਿੰਨੀ ਆ, ਫਿਰ ਸਾਨੂੰ ਮੈਡੀਕੇਡ ਦੇ ਇੰਨੇ ਸਾਡੇ ਕੋਲ ਮਰੀਜ਼ ਹੋਣਗੇ, ਜੇ ਸਾਡੇ ਕੋਲ ਇੰਨੇ ਨਾਗਰਿਕ ਹੋਣਗੇ ਜਿਨ੍ਹਾਂ ਨੂੰ ਮੈਡੀਕੇਅਰ ਜਾਂ ਮੈਡੀਕੇਡ ਦੀ ਜ਼ਰੂਰਤ ਹੈ। ਸੋ ਉਹ ਵੀ ਗਿਣਤੀ ਦੇ ਆਧਾਰ ਤੇ ਸਾਰਾ ਕੁਝ ਹੀ ਹੁੰਦਾ ਆ। ਤੇ ਨਾਲੇ ਮੈਂ ਇੱਕ ਹੋਰ ਗੱਲ ਕਹਾਂਗਾ ਕਿ ਜੇ ਅਸੀਂ ਗੱਲ ਕਰੀਏ ਪੁਲਿਸ ਅਧਿਕਾਰੀਆਂ ਦੀ, ਸੁਰੱਖਿਆ ਅਧਿਕਾਰੀਆਂ ਦੀ, ਕਿ ਉਹਨਾਂ ਦੀ ਉਹ ਕਿੰਨੇ ਤਾਇਨਾਤ ਹੋਣਗੇ, ਪਰ ਉਹਨਾਂ ਦੇ ਨਾਲ ਉਹਨਾਂ ਨੂੰ ਕੀ ਤਰੀਕੇ ਅਪਣਾਉਣੇ ਪੈਣਗੇ, ਕਾਉਂਸਲਿੰਗ ਕਰਨੀ ਪੈਣੀ ਆ, ਜਿਹੜਾ ਨਸਲਵਾਦ ਆ ਉਹ ਕਿਵੇਂ ਘਟਾਉਣਾ ਆ। ਉਹ ਤਾਂ ਹੀ ਹੋਵੇਗਾ ਜੇ ਉਹਨਾਂ ਨੂੰ ਪਤਾ ਲੱਗੇਗਾ ਕਿ ਇਸ ਕੌਮ ਦੇ ਕਿੰਨੇ ਬੰਦੇ ਇਸ ਇਲਾਕੇ ਦੇ ਵਿੱਚ ਵੱਸਦੇ ਨੇ। ਤੇ ਜੇ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ, ਫਿਰ ਅਸੀਂ ਤੁੱਕੇ ਹੀ ਲਾਈ ਜਾਵਾਂਗੇ। ਅਸੀਂ ਮੰਗਤਿਆਂ ਵਾਂਗੂ ਜਾ ਕੇ ਬੇਨਤੀਆਂ ਕਰਾਂਗੇ, ਯਾਰ ਸਾਨੂੰ ਇਹ ਚਾਹੀਦਾ, ਸਾਡੇ ਬੱਚਿਆਂ ਨੂੰ ਸਕੂਲਾਂ ਵਿੱਚ ਤੰਗ ਕੀਤਾ ਜਾਂਦਾ, ਸਾਡੇ ਕੋਲ ਜੀ ਇਲਾਕਿਆਂ ਦੇ ਵਿੱਚ ਸੜਕਾਂ ਨਹੀਂ ਹੈਗੀਆਂ, ਸਾਡੇ ਬਜ਼ੁਰਗਾਂ ਕੋਲ ਸਹੂਲਤਾਂ ਨਹੀਂ ਹੈਗੀਆਂ, ਉਹਨਾਂ ਨੇ ਹਸਪਤਾਲ ਜਾਣਾ ਆ, ਉਹਨਾਂ ਨੇ ਸਿਹਤ ਵਿਭਾਗ ਨਾਲ ਸਾਂਝ ਪਾਉਣੀ ਆ। ਸੋ ਕੁਲਵਿੰਦਰ ਸਿੰਘ ਜੀ, ਮੈਂ ਇਹ ਪਤਾ ਨਹੀਂ ਕਿਹੜੇ ਲਫ਼ਜ਼ਾਂ ਵਿੱਚ ਇਜ਼ਹਾਰ ਕਰਾਂ ਕਿ ਸੈਂਸਸ ਤੇ ਮਰਦਮਸ਼ੁਮਾਰੀ ਇੱਕ ਬਹੁਤ ਹੀ ਵਡਮੁੱਲਾ ਅੰਗ ਆ, ਜੇ ਅਸੀਂ ਜਿਹਦੇ ਵਿੱਚ ਸਹਿਯੋਗ ਨਹੀਂ ਲਵਾਂਗੇ, ਅਸੀਂ ਇਹਦੇ ਵਿੱਚ ਆਪਣੀ ਸਾਂਝ ਨਹੀਂ ਪਾਵਾਂਗੇ ਨਾ, ਤਾਂ ਸਾਡੀ ਕੌਮ ਨੂੰ ਬਹੁਤ ਹੀ ਜ਼ਿਆਦਾ ਨੁਕਸਾਨ ਹੋਣਾ ਆ। ਤੇ ਸ਼ਾਇਦ ਸਾਨੂੰ ਨਾ ਹੋਵੇ, ਪਰ ਸਾਡੇ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹਨਾਂ ਨੂੰ ਜ਼ਰੂਰ ਇਹਦਾ ਸਾਹਮਣਾ ਕਰਨਾ ਪਵੇਗਾ। ਇਹਦਾ ਬਹੁਤ ਵਧੀਆ ਤੁਸੀਂ ਡਿਟੇਲ ਦੇ ਵਿੱਚ ਦੱਸਿਆ ਭਾਈ ਗੁਰਵਿੰਦਰ ਸਿੰਘ ਜੀ, ਵੀ ਇੱਕ ਆਲ ਓਵਰ ਮਤਲਬ USA ਦੀ ਆਪਾਂ ਗੱਲਬਾਤ ਕਰਦੇ ਹਾਂ, ਸਾਰਾ ਪਾਲਿਸੀ ਕਿੱਦਾਂ ਬਣਦੀਆਂ, ਰੋਡਸ ਆ, ਸਾਰੇ ਬਾਰੇ ਤੁਸੀਂ ਗੱਲਬਾਤ ਕੀਤੀ ਆ ਕਿ ਬਹੁਤ ਅਹਿਮੀਅਤ ਹੈ ਇਸ ਚੀਜ਼ ਦੀ, ਜਿਹੜੀ ਮਰਦਮਸ਼ੁਮਾਰੀ ਦੀ। ਖਾਸ ਕਰਕੇ ਆਪਾਂ ਜਿਹੜੀ ਸਿੱਖ ਕੌਮ ਦੇ ਲਈ ਜਿਹੜੀ ਗੱਲਬਾਤ ਕਰਨ ਵਾਸਤੇ ਆਪਾਂ ਇੱਥੇ ਹਾਜ਼ਰ ਹੋਏ ਹਾਂ, ਉਹਨਾਂ ਨੂੰ ਜਾਣਕਾਰੀ ਦੇਣ ਦੇ ਲਈ। ਸੋ ਉਸ ਦੇ ਵਿੱਚ ਵੀ ਆਪਾਂ ਸਾਰੀ ਗਾਂਹ ਕਿਵੇਂ ਆਪਾਂ ਇਹਦੇ ਵਿੱਚ ਆਪਣਾ ਨਾਮ ਦਰਜ ਕਰਾ ਸਕਦੇ ਹਾਂ, ਆਪਾਂ ਗੱਲਬਾਤ ਕਰਾਂਗੇ। ਪਰ ਉਸ ਤੋਂ ਪਹਿਲਾਂ ਜਿੱਦਾਂ ਤੁਸੀਂ ਬਾਕੀ ਸਾਰੀਆਂ ਪਾਲਿਸੀ ਦੇ ਬਾਰੇ ਗੱਲਬਾਤ ਕੀਤੀ ਆ, ਜੇ ਸਿਰਫ ਇਸ ਨੂੰ ਆਪਾਂ ਇੱਕ ਪੋਲੀਟੀਕਲ ਐਂਗਲ ਤੋਂ ਦੇਖਣਾ ਹੋਵੇ, ਪੋਲੀਟੀਕਲ ਐਂਗਲ ਤੋਂ ਜਿਵੇਂ ਆਪਾਂ ਕੈਨੇਡਾ ਦੇ ਵਿੱਚ ਦੇਖਦੇ ਹਾਂ ਕਿ ਸਿੱਖਾਂ ਦੀ ਬਹੁਤ ਗਿਣਤੀ ਹੈਗੀ ਆ, ਉੱਥੇ ਸਿੱਖ ਲੀਡਰ ਵੀ ਉੱਭਰ ਕੇ ਜਿਹੜੇ ਸਾਹਮਣੇ ਆ ਰਹੇ ਆ। ਅਮਰੀਕਾ ਦੇ ਵਿੱਚ ਜੇ ਪੋਲੀਟੀਕਲ ਐਂਗਲ ਤੋਂ ਇਸ ਚੀਜ਼ ਨੂੰ ਦੇਖਣਾ ਹੋਵੇ ਤੇ ਕਿੰਨੀ ਕੁ ਜ਼ਰੂਰੀ ਹੈ ਸਿੱਖ ਕੌਮ ਦੇ ਲਈ ਇਹ? ਦੇਖੋ ਜੀ, ਜਿਹੜਾ ਪੋਲੀਟੀਸ਼ੀਅਨ ਆ, ਹੈ ਨਾ ਜੀ, ਉਹਨੇ ਕਿਹੜੀ ਚੀਜ਼ ਨਾਲ ਉਹਨੇ ਕਿਹੜੀ ਚੀਜ਼ ਤੇ ਬਾਜ਼ ਦੀ ਅੱਖ ਰੱਖਣੀ ਆ? ਉਹਨੇ ਰੱਖਣੀ ਆ ਕਿ ਇਸ ਇਲਾਕੇ ਦੇ ਵਿੱਚ ਬੰਦੇ ਰਹਿੰਦੇ ਕਿੰਨੇ ਆ ਤੇ ਮੇਰਾ ਵੋਟ ਬੈਂਕ ਕਿੰਨਾ ਆ। ਤੇ ਨਾਲੇ ਇਕੱਲਾ ਵੋਟ ਬੈਂਕ ਨਹੀਂ ਦੇਖਣਾ, ਉਹਨੇ ਦੇਖਣਾ ਕਿ ਅੱਛੇ ਵੋਟ ਬੈਂਕ ਤਾਂ ਹੈਗਾ, ਪਰ ਉਹ ਵੋਟ ਬੈਂਕ ਦੇ ਵਿੱਚ ਕਿਹੜੇ ਕਿਹੜੇ ਵੱਖਰੇ ਵੱਖਰੇ ਬੰਦੇ ਨੇ, ਜਾਂ ਕਿਹੜੀਆਂ ਕਿਹੜੀਆਂ ਵੱਖਰੀਆਂ ਵੱਖਰੀਆਂ ਕੌਮਾਂ ਨੇ। ਕਿਉਂਕਿ ਫਿਰ ਮੈਨੂੰ ਉਸ ਹਿਸਾਬ ਨਾਲ ਆਪਣੇ ਜਿਹੜੀ ਹੈਗੀ ਆ ਨੀਤੀਆਂ ਅਪਣਾਉਣੀ ਪੈਣੀਆਂ ਨੇ, ਮੈਨੂੰ ਪਾਲਿਸੀਆਂ ਬਣਾਉਣੀ ਪੈਣੀਆਂ ਨੇ। ਕਿਉਂਕਿ ਜੇ ਮੈਂ ਉਸ ਕੌਮ ਦੀਆਂ ਜਾਂ ਉਸ ਤੁਸੀਂ ਕਹਿ ਸਕਦੇ ਮੂਲ ਦੇ ਲੋਕਾਂ ਦੀਆਂ ਵੋਟਾਂ ਮਿਲਣੀਆਂ ਨੇ ਜਾਂ ਲੈਣੀਆਂ ਨੇ ਜਾਂ ਮੰਗਣੀਆਂ ਨੇ, ਤਾਂ ਮੈਨੂੰ ਉਹਨਾਂ ਲਈ ਕੁਛ ਨਾ ਕੁਛ ਤਾਂ ਕਰਨਾ ਹੀ ਪੈਣਾ ਨਾ। ਮੈਨੂੰ ਉਹਨਾਂ ਨੂੰ ਕੁਛ ਨਾ ਕੁਛ ਤਾਂ ਦੇਣਾ ਹੀ ਪੈਣਾ, ਤਾਂ ਹੀ ਮੈਂ ਉਹਨਾਂ ਕੋਲ ਜਾ ਕੇ ਉਹਨਾਂ ਤੋਂ ਵੋਟਾਂ ਮੰਗ ਸਕਾਂਗਾ। ਤੇ ਇਹ ਜੇ ਅਸੀਂ ਦੇਖੋ ਹੁਣ ਜੇ ਵਾਹਿਗੁਰੂ ਦੀ ਮਿਹਰ ਦੇ ਨਾਲ ਬੜੀ ਇਤਿਹਾਸਕ ਜਿੱਤ ਮਿਲੀ ਆ ਸਿੱਖ ਪੰਥ ਨੂੰ, ਯੂਨਾਈਟਿਡ ਸਟੇਟਸ ਨੂੰ ਇੱਕ ਦਹਾਕੇ ਤੋਂ ਜ਼ਿਆਦਾ ਹੋ ਗਿਆ ਇਹਨਾਂ ਨਾਲ ਸਾਂਝ ਪਾਉਂਦਿਆਂ ਨੂੰ, ਕਿ ਅਸੀਂ ਹੁਣ ਸਿੱਖ ਦਰਜ ਕਰਾ ਸਕਦੇ ਹਾਂ। ਦੇਖੋ ਅਸੀਂ ਗੱਲ ਕਰਦੇ ਹਾਂ ਸਿੱਖ ਇੱਕ ਵੱਖਰੀ ਕੌਮ ਆ, ਹੁਣ ਹਕੀਕੀ ਤੌਰ ਤੇ ਅਮਰੀਕਨ ਸਰਕਾਰ ਨੇ ਸਾਨੂੰ ਹੱਕ ਦਿੱਤਾ ਹੈ ਕਿ ਉਹ ਮੰਨਦੇ ਨੇ ਕਿ ਸਿੱਖ ਇੱਕ ਵੱਖਰੀ ਕੌਮ ਹੀ ਨਹੀਂ, ਜਿਵੇਂ ਪਾਰਲੀਮੈਂਟ ਬ੍ਰਿਟਿਸ਼ ਦੀ ਪਾਰਲੀਮੈਂਟ ਨੇ ਕਿਹਾ ਕਿ ਸਿੱਖ ਇੱਕ ਵੱਖਰੀ ਨਸਲ ਆ, ਇੱਕ ਰੇਸ ਆ। ਸੋ ਜੇ ਅਸੀਂ ਉਹ ਗੱਲ ਨੂੰ ਪਹਿਲਾਂ ਤਾਂ ਉਹ ਗੱਲ ਨੂੰ ਸਮਝੀਏ ਕਿ ਦੇਖੋ ਕਿੰਨੀ ਮਾਣ ਵਾਲੀ ਗੱਲ ਆ ਸਿੱਖ ਪੰਥ ਲਈ ਕਿ ਅਮਰੀਕਨ ਸਰਕਾਰ ਨੇ ਮੋਹਰ ਲਾ ਦਿੱਤੀ ਆ। ਪਰ ਹੁਣ ਜੇ ਅਸੀਂ ਉਹਦਾ ਫਾਇਦਾ ਨਹੀਂ ਉਠਾਉਂਦੇ, ਜੇ ਅਸੀਂ ਅੱਗੇ ਜਾ ਕੇ ਆਪਣੇ ਵੱਲੋਂ ਆਪਣੀ ਕੌਮ ਦਾ, ਆਪਣੇ ਜਿਹੜੇ ਭੈਣ ਭਰਾਵਾਂ ਨੂੰ ਇਹ ਬੇਨਤੀਆਂ ਨਹੀਂ ਕਰਦੇ, ਜਾਂ ਉਹ ਅੱਗੇ ਆ ਕੇ ਸਮਾਂ ਕੱਢ ਕੇ ਜਾਂ ਉਹ ਇਹ ਮਹਿਸੂਸ ਨਹੀਂ ਕਰਦੇ ਕਿ ਹਾਂ ਯਾਰ ਸਾਨੂੰ ਭਰਨਾ ਚਾਹੀਦਾ ਸੈਂਸਸ ਫਾਰਮ, ਜਿਹਨੂੰ 5 ਮਿੰਟ ਲੱਗਦੇ ਆ, ਤਾਂ ਫਿਰ ਇਹ ਮਹਿਸੂਸ ਕਰ ਸਕਦੇ ਕਿ ਅਸੀਂ ਆਪਣੀ ਕੌਮ ਦਾ ਨਾਂ ਹੀ ਮਿਟਾ ਰਹੇ ਹਾਂ ਅੰਕੜਿਆਂ ਚੋਂ। ਸੋ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚਿਆਂ ਨੇ, ਦੇਖੋ ਸਾਡੇ ਬੱਚਿਆਂ ਨੇ ਸਕੂਲਾਂ 'ਚ ਇੱਥੇ ਹੀ ਜਾਣਾ ਆ, ਸਾਡੇ ਬੱਚਿਆਂ ਨੇ ਕਾਲਜ ਵੀ ਇੱਥੇ ਜਾਣਾ ਆ, ਉਹਨੇ ਕੰਮ ਵੀ ਇੱਥੇ ਕਰਨਾ ਆ। ਜੇ ਤਾਂ ਅਸੀਂ ਚਾਹੁੰਦੇ ਹਾਂ ਕਿ ਸਿੱਖੀ ਦਾ ਨਾਮ ਦਰਜ ਹੋਵੇ, ਕਿਸੇ ਨੂੰ ਪਤਾ ਲੱਗੇ,
ਸਾਡੇ ਬਾਰੇ ਜਿਹੜੇ ਕਾਂਗਰਸਮੈਨ ਨੇ, ਪੋਲੀਟੀਸ਼ੀਅਨ, ਉਹ ਸਾਡੇ ਬਾਰੇ ਸੋਚਣ, ਉਹਨਾਂ ਦੇ ਹਾਂਜੀ ਜ਼ਿਹਨ ਦੇ ਵਿੱਚ ਸਾਡੇ ਬਾਰੇ ਕੋਈ ਜਗ੍ਹਾ ਹੋਵੇ ਕਿ ਯਾਰ ਇਹ ਕੌਮ ਹੈ ਗਿਣਤੀ ਦੀ, ਇਹਨਾਂ ਬਾਰੇ ਸਾਨੂੰ ਸੋਚਣਾ ਵੀ ਪੈਣਾ ਆ, ਤੇ ਇਹਨਾਂ ਨੂੰ ਇਹਨਾਂ ਦਾ ਬਣਦਾ ਹੱਕ ਵੀ ਦੇਣਾ ਪੈਣਾ ਆ, ਤੇ ਇੱਜ਼ਤ ਸਤਿਕਾਰ ਵੀ ਦੇਣਾ ਪੈਣਾ, ਕਿਉਂਕਿ ਜੇ ਅਸੀਂ ਨਹੀਂ ਦਿੰਦੇ ਸਾਨੂੰ ਵੋਟਾਂ ਇੰਨੀਆਂ ਘੱਟ ਜਾਂਦੀਆਂ ਨੇ ਤੇ ਸਾਡੀ ਜਿਹੜੀ ਕੁਰਸੀ ਆ ਉਹ ਖਤਰੇ 'ਚ ਆ। ਸੋ ਹਾਂਜੀ ਤਾਕਤ ਵੋਟ ਨਾਲ ਹੁੰਦੀ ਆ, ਤੇ ਵੋਟ ਗਿਣਤੀ ਨਾਲ ਹੁੰਦਾ, ਤੇ ਗਿਣਤੀ ਸੈਂਸਸ ਨਾਲ ਹੁੰਦੀ ਆ। ਬਿਲਕੁਲ ਜੀ। ਜਿੱਦਾਂ ਤੁਸੀਂ ਗੱਲਬਾਤ ਕੀਤੀ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਵੀ ਅਕਸਰ ਇਹ ਗੱਲ ਕਿਹਾ ਕਰਦੇ ਕਿ ਸਿੱਖ ਵੱਖਰੀ ਕੌਮ ਹੀ ਨਹੀਂ, ਇੱਕ ਵੱਖਰੀ ਨਸਲ ਆ ਜਿਹੜੀ। ਤੇ ਉਹ ਜਿਹੜੀ ਤੁਸੀਂ ਗੱਲਬਾਤ ਕੀਤੀ ਹੈ ਕਿ ਜਿਹੜੀ ਇੱਥੋਂ ਦੀ ਗੌਰਮੈਂਟ ਨੇ ਆਪਾਂ ਨੂੰ ਇੱਕ ਮੌਕਾ ਦਿੱਤਾ, ਤੇ ਇਹ ਗੱਲ ਤੁਹਾਡੀ ਬਿਲਕੁਲ ਸਹੀ ਆ ਕਿ ਇੱਕ ਆਪਾਂ ਪੋਲੀਟੀਕਲ ਤੌਰ ਤੇ ਵੀ ਪਾਲਿਸੀ ਦੀ ਗੱਲ ਕਰਦੇ ਹਾਂ, ਤੇ ਦੂਸਰਾ ਜੇ ਜੀ ਆਪਾਂ ਹਿਸਟਰੀ ਦੇ ਤੌਰ ਤੇ ਜਾਂ ਆਉਣ ਵਾਲੇ ਆਪਾਂ ਬੱਚਿਆਂ ਦੀ ਜਨਰੇਸ਼ਨ ਦੀ ਗੱਲਬਾਤ ਕਰਦੇ ਹਾਂ, ਇਹ ਆਪਣੀ ਸਿੱਖ ਹਿਸਟਰੀ ਜਿਹੜੀ ਹੈਗੀ ਆ ਸਕੂਲਾਂ ਦੇ ਵਿੱਚ ਆਉਣ ਵਾਲੇ ਬੱਚਿਆਂ ਦੇ ਵਿੱਚ ਜਿਹੜੀ ਤਾਂ ਹੀ ਇਹ ਪੜ੍ਹਾਈ ਜਾ ਸਕਦੀ ਆ, ਉਹ ਅੱਗੇ ਆ ਸਕਦੀ ਆ ਜੇ ਆਪਾਂ ਆਪਣੀ ਗਿਣਤੀ ਇਸ ਮਰਦਮਸ਼ੁਮਾਰੀ ਦੇ ਵਿੱਚ ਕਰਾਵਾਂਗੇ। ਜੇ ਉਹਨਾਂ ਨੂੰ ਪਤਾ ਹੋਊਗਾ ਕਿ ਆਪਣੀ ਇਸ ਇਲਾਕੇ ਦੇ ਵਿੱਚ ਆਪਣੀ ਇੰਨੀ ਗਿਣਤੀ ਹੈਗੀ ਆ, ਤੇ ਜਿਹੜੀ ਸਿੱਖ ਹਿਸਟਰੀ ਹੈ ਜਿਹੜੀ ਇਹ ਸਕੂਲਾਂ ਦੇ ਵਿੱਚ ਜਿਹੜੇ ਸਿਲੇਬਸ ਦੇ ਵਿੱਚ ਵੀ ਜਿਹੜੀ ਐਡ ਜਿਹੜੀ ਹੋ ਸਕਦੀ ਹੈ। ਤੁਸੀਂ ਕੁਝ ਕਹਿਣਾ ਚਾਹੁੰਦੇ ਸੀ? ਜੀ ਭਾਈ ਸਾਹਿਬ, ਮੈਂ ਇਹੀ ਕਹਿਣਾ ਚਾਹਾਂਗਾ, ਦੇਖੋ ਮੈਂ ਇੱਥੇ ਐਲੀਮੈਂਟਰੀ ਸਕੂਲ ਵੀ ਪੜ੍ਹੇ ਆ, ਮਿਡਲ ਸਕੂਲ ਵੀ ਪੜ੍ਹੇ, ਹਾਈ ਸਕੂਲ ਵੀ ਪੜ੍ਹੇ ਆ। ਆਮ ਤੌਰ ਤੇ ਸਾਡੇ ਬਿਲਕੁਲ ਤੁਹਾਡੀ ਗੱਲ ਦੇ ਨਾਲ ਮੈਂ ਅੱਗੇ ਵਧਾਉਣਾ ਚਾਹੁੰਦਾ ਕਿ ਜਦ ਅਸੀਂ ਹਾਂਜੀ ਹਿਸਟਰੀ ਕਲਾਸ ਵਿੱਚ ਹੁੰਦੇ ਸੀਗੇ ਨਾ ਜੀ, ਤਾਂ ਫਿਰ ਸਿੱਖ ਪੰਥ ਬਾਰੇ ਮੈਂ ਤੁਹਾਨੂੰ ਦੱਸਦਾ ਕੀ ਕਿਹਾ ਜਾਂਦਾ ਸੀਗਾ। ਬਾਕੀ ਧਰਮਾਂ ਬਾਰੇ ਇੱਕ ਇੱਕ ਪੰਨਾ ਹੁੰਦਾ ਸੀਗਾ, ਸਾਡੇ ਬਾਰੇ 2-3 ਲਾਈਨਾਂ ਹੁੰਦੀਆਂ ਸੀਗੀਆਂ, ਤੇ ਉਹ ਲਾਈਨਾਂ ਵੀ ਕੀ ਸੀਗੀਆਂ? ਉਹ ਸੀਗੀਆਂ ਕਿ ਸਿੱਖ ਧਰਮ ਹੈਗਾ ਇੱਕ ਪੁੱਲ ਆ ਹਿੰਦੂਇਜ਼ਮ ਤੇ ਇਸਲਾਮ ਦੇ ਵਿਚਾਲੇ, ਸਿਰਫ ਮਤਲਬ। ਇੱਕ ਦੋ ਹੋਰ ਲਾਈਨਾਂ ਕਿ ਗੁਰੂ ਨਾਨਕ ਸਾਹਿਬ ਜੀ ਫਾਊਂਡਰ ਨੇ, ਤੇ ਸਿੱਖੀਜ਼ਮ ਇਜ਼ ਅ ਬ੍ਰਿਜ ਬਿਟਵੀਨ ਹਿੰਦੂਇਜ਼ਮ ਐਂਡ ਇਸਲਾਮ। ਹੋਰ ਕੁਝ ਨਹੀਂ, ਹਾਂਜੀ ਕਿ ਅਸੀਂ ਸਿਰਫ ਇੱਕ ਪੁੱਲ ਹੈਗੇ ਆ ਕਿ ਇੱਕ ਪਾਸੇ ਹਿੰਦੂਇਜ਼ਮ ਆ, ਇੱਕ ਪਾਸੇ ਇਸਲਾਮ ਆ, ਤੇ ਵਿਚਾਲੇ ਸਿੱਖ ਧਰਮ ਆ। ਮੈਂ ਵੀ ਉਹਨਾਂ ਨੂੰ ਕਹਿੰਦਾ ਹੁੰਦਾ ਸੀਗਾ ਕਿ ਅਸੀਂ ਕੋਈ ਇਨਫਰਾਸਟ੍ਰਕਚਰ ਤਾਂ ਹੈ ਨਹੀਂ, ਅਸੀਂ ਕੋਈ ਸੜਕ ਪੁੱਲ ਜਾਂ ਹਾਈਵੇ ਤਾਂ ਹੈ ਨਹੀਂ, ਅਸੀਂ ਆਪਣਾ ਇੱਕ ਧਰਮ ਆ। ਸੋ ਜਿਹੜੀ ਕਲਾਸ ਵਿੱਚ ਮੈਂ ਹੁੰਦਾ ਸੀਗਾ, ਚਲੋ ਟੀਚਰ ਨੂੰ ਦੱਸਣਾ, ਉਹਨੂੰ ਸਮਝਾਉਣਾ ਕਿ ਨਹੀਂ, ਇਹ ਗੱਲ ਨਹੀਂ ਹੈ, ਸਾਨੂੰ ਵੀ ਆਪਣਾ ਬਣਦਾ ਹੱਕ ਚਾਹੀਦਾ। ਜੇ ਬਾਕੀ ਧਰਮਾਂ ਨੂੰ ਇੱਕ ਇੱਕ ਪੰਨਾ ਮਿਲਦਾ ਇਤਿਹਾਸਕ ਕਿਤਾਬਾਂ ਦੇ ਵਿੱਚ, ਹਿਸਟਰੀ ਦੀ ਕਲਾਸ ਦੇ ਵਿੱਚ, ਸਿਲੇਬਸ ਦੇ ਵਿੱਚ, ਸਾਨੂੰ ਇੱਕ ਦੋ ਲਾਈਨਾਂ ਕਿਉਂ ਮਿਲਦੀਆਂ ਨੇ? ਪਰ ਗੱਲ ਉੱਥੇ ਹੀ ਆ ਜਾਂਦੀ ਆ, ਜਦ ਉਹਨਾਂ ਨੂੰ ਮਹਿਸੂਸ ਹੀ ਨਹੀਂ ਹੋਇਆ ਕਿ ਯਾਰ ਇਹ ਸਿੱਖਾਂ ਦੀ ਗਿਣਤੀ ਵੀ ਕੁਝ ਹੈ, ਇੱਥੇ ਸਿੱਖ ਵੀ ਕੋਈ ਰਹਿੰਦੇ ਨੇ, ਇੱਥੇ ਇਹਨਾਂ ਦੀ ਆਬਾਦੀ ਵੀ ਕੁਝ ਹੈ, ਤਾਂ ਫਿਰ ਉਹਨਾਂ ਨੇ ਸਮਝਿਆ ਜਿਨ੍ਹਾਂ ਦੀ ਗਿਣਤੀ ਨਹੀਂ ਹੈਗੀ, ਆਬਾਦੀ ਨਹੀਂ ਹੈਗੀ, ਤਾਂ ਉਹਨਾਂ ਦੇ ਗੱਲ ਕਰਨ ਦਾ ਫਾਇਦਾ ਕੀ ਆ? ਹਾਂਜੀ ਤੇ ਫਿਰ ਇਹੀ ਹੁੰਦਾ ਨਾ, ਫਿਰ ਸਾਨੂੰ ਕਲਾਸਾਂ ਵਿੱਚ ਜਾ ਕੇ ਕਹਿਣਾ ਪੈਂਦਾ, ਨਹੀਂ ਯਾਰ ਇਹ ਗੱਲ ਸੱਚੀ ਨਹੀਂ, ਸਾਡੀ ਇੰਨੀ ਆਬਾਦੀ ਇੱਥੇ ਹੈਗੀ ਆ, ਸਾਡੇ ਇੰਨੇ ਬੱਚੇ ਸਕੂਲਾਂ 'ਚ ਜਾਂਦੇ ਨੇ, ਸਾਡੇ ਇੰਨੇ ਬੰਦੇ ਇੱਥੇ ਕੰਮ ਕਰਦੇ ਨੇ, ਕਾਰੋਬਾਰ ਚਲਾਉਂਦੇ ਨੇ, ਇੰਜੀਨੀਅਰ ਨੇ, ਡਾਕਟਰ ਨੇ। ਪਰ ਉਹ ਕਹਿੰਦੇ ਕਿ ਠੀਕ ਆ, ਤੂੰ ਤਾਂ ਦੱਸ ਰਿਹਾ ਗੁਰਵਿੰਦਰ ਸਿੰਘ, ਪਰ ਸਾਡੇ ਕੋਲ ਤਾਂ ਅੰਕੜੇ ਤਾਂ ਹੈ ਨਹੀਂ ਨਾ। ਹੋ ਸਕਦਾ ਤੂੰ ਕਹਿ ਸਕਦਾ ਇੱਥੇ ਗੁਰਦੁਆਰੇ ਵੀ 4 ਨੇ, ਇੱਥੇ ਆਪਣੇ ਡਾਕਟਰ ਵੀ ਜਿਹੜਾ ਆਪਣੀ ਪ੍ਰੈਕਟਿਸ ਕਰਨ 10 ਨੇ, ਵਕੀਲ ਵੀ ਇੰਨੇ ਨੇ, ਟਰੱਕ ਸਿੰਘ ਇੰਨੇ ਚਲਾਉਂਦੇ ਨੇ, ਪਰ ਸਾਨੂੰ ਤਾਂ ਸਿਰਫ ਅੰਕੜੇ ਦੱਸਣੇ ਆ ਨਾ। ਅਸੀਂ ਤਾਂ ਤੱਥ ਚਾਹੁੰਦੇ ਆ, ਹੈ ਨਾ ਜੀ, ਅਸੀਂ ਤੱਥ ਚਾਹੁੰਦੇ। ਹੁਣ ਮੈਂ ਆਪਣੇ ਵੱਲੋਂ ਗੱਲ ਕਰ ਦਵਾਂ, ਉਹ ਕਿੰਨੀ ਕੁ ਅਹਿਮੀਅਤ ਰੱਖਦੀ ਆ, ਚਲੋ ਕਿਸੇ ਹੱਦ ਤੱਕ ਮੈਂ ਉਹਨਾਂ ਨੂੰ ਦਿਖਾ ਵੀ ਸਕਦਾ ਕਿ ਗੁਰਦੁਆਰੇ ਦੇ ਹਿਸਾਬ ਨਾਲ ਸੰਗਤ ਕਿੰਨੀ ਕੁ ਆਉਂਦੀ ਹੈ, ਸਾਰਾ ਕੁਛ ਹੈ, ਸੋ ਉਹਨਾਂ ਨੂੰ ਸਮਝ ਆ ਜਾਂਦੀ ਆ। ਪਰ ਅੰਤ ਦੀ ਗੱਲ ਆ, ਜੇ ਅਸੀਂ ਸਿਸਟਮ ਦੇ ਨਾਲ ਚੱਲਣਾ ਆ ਤੇ ਸਿਸਟਮ ਦੇ ਵਿੱਚ ਇੱਕ ਫਰਕ ਪਾਉਣਾ ਆ, ਤੇ ਹਕੀਕੀ ਤੌਰ ਤੇ ਇਹਨੂੰ ਅਮਰੀਕਾ ਨੇਸ਼ਨ ਵਾਈਡ ਇੱਕ ਅਸੀਂ ਉਪਰਾਲਾ ਕਰਨਾ ਆ, ਤਾਂ ਇਹ ਸਭ ਤੋਂ ਵਧੀਆ, ਸਭ ਤੋਂ ਸੌਖਾ, ਸਭ ਤੋਂ ਆਸਾਨ ਤੇ ਸਭ ਤੋਂ ਅਹਿਮ ਜ਼ਰੀਆ ਸੈਂਸਸ ਆ, ਮਰਦਮਸ਼ੁਮਾਰੀ ਆ। ਬਿਲਕੁਲ ਜੀ। ਨਾਲੇ ਮੈਂ ਭਾਜੀ ਹੋਰ ਗੱਲ ਕਵਾਂਗਾ ਕਿ ਦੇਖੋ, ਇਹ ਮਰਦਮਸ਼ੁਮਾਰੀ ਦੇ ਵਿੱਚ ਨਾ ਇਮੀਗ੍ਰੇਸ਼ਨ ਦੀ ਗੱਲ ਨਹੀਂ ਕੀਤੀ ਜਾਂਦੀ। ਚਾਹੇ ਤੁਸੀਂ ਸਿਟੀਜ਼ਨ ਹੋ, ਚਾਹੇ ਤੁਸੀਂ ਗ੍ਰੀਨ ਕਾਰਡ ਹੋਲਡਰ ਹੋ, ਚਾਹੇ ਤੁਸੀਂ ਚਲੋ ਕਿਸੇ ਹੋਰ ਤਰੀਕੇ ਨਾਲ ਅਮਰੀਕਾ ਦੇ ਵਿੱਚ ਆਏ ਹੋ, ਵੱਸਦੇ ਹੋ, ਇਹਨਾਂ ਨੂੰ ਉਹਦੇ ਬਾਰੇ ਕੋਈ ਲੈਣ ਦੇਣ ਨਹੀਂ। ਤੁਹਾਡੇ ਇਮੀਗ੍ਰੇਸ਼ਨ, ਸੋਸ਼ਲ ਸਿਕਿਉਰਿਟੀ ਨੰਬਰ, ਇਹੋ ਜਿਹਾ ਕੁਝ ਪੁੱਛਿਆ ਨਹੀਂ ਜਾਂਦਾ, ਡਰਾਈਵਰ ਲਾਇਸੈਂਸ ਨੰਬਰ, ਕੁਝ ਨਹੀਂ ਪੁੱਛਿਆ ਜਾਂਦਾ। ਸਿਰਫ ਤੁਹਾਡੀ ਐਡਰੈਸ, ਤੁਹਾਡਾ ਸਰਦਨ, ਤੁਹਾਡਾ ਨਾਮ, ਤੁਹਾਡੀ ਉਮਰ, ਤੇ ਤੁਹਾਡੇ ਘਰ ਦੇ ਵਿੱਚ ਕਿੰਨੇ ਜੀਅ ਨੇ। ਬਹੁਤ ਸੌਖਾ, 4-5 ਸਵਾਲ ਨੇ। ਹੋਰ ਇਹਨਾਂ ਨੇ, ਤੇ ਨਾਲੇ ਇੱਕ ਹੋਰ ਗੱਲ, ਕਾਨੂੰਨੀ ਤੌਰ ਤੇ ਇਹ ਅੰਕੜੇ ਕਿਸੇ ਹੋਰ ਨਾਲ ਸਾਂਝੇ ਨਹੀਂ ਕੀਤੇ ਜਾ ਸਕਦੇ। ਇਹ ਨਹੀਂ ਕਿ ਫਿਰ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਜਾਂ ਇਮੀਗ੍ਰੇਸ਼ਨ ਨਾਲ ਇਹ ਸਾਂਝੇ ਕਰ ਲੈਣ ਕਿ ਯਾਰ ਇੱਥੇ ਸਿੱਖ ਰਹਿੰਦਾ, ਇੱਥੇ ਹਿੰਦੂ ਰਹਿੰਦਾ, ਇੱਥੇ ਜੀ ਈਸਾਈ ਰਹਿੰਦਾ, ਇੱਥੇ ਮੁਸਲਮਾਨ ਰਹਿੰਦਾ। ਨਹੀਂ, ਇਹ ਸਿਰਫ ਤੇ ਸਿਰਫ ਅੰਕੜਿਆਂ ਦੇ ਆਧਾਰ ਵਰਤੇ ਜਾਣਗੇ,
ਤੇ ਕਾਨੂੰਨੀ ਤੌਰ ਤੇ ਕਿਸੇ ਨੂੰ ਹੋਰ ਦੱਸੇ ਵੀ ਨਹੀਂ ਜਾ ਸਕਦੇ ਤੇ ਕਿਸੇ ਨਾਲ ਇਹ ਸਾਂਝੇ ਨਹੀਂ ਕੀਤੇ ਜਾ ਸਕਦੇ। ਸੋ ਮੈਂ ਕਹਿ ਰਿਹਾ, ਮੈਂ ਬੇਨਤੀ ਕਰਾਂਗਾ ਕਿ ਆਪਣੀ ਕੌਮ ਨੂੰ ਕਿ ਬੇਖੌਫ ਹੋ ਕੇ ਇਹਦੇ ਵਿੱਚ ਹਿੱਸਾ ਲਓ, ਆਪਣਾ ਯੋਗਦਾਨ ਪਾਓ ਤੇ ਜੇ ਕੋਈ ਸਵਾਲ ਹੋਵੇ ਹਾਂਜੀ ਸਾਡੇ ਨਾਲ ਸਾਂਝ ਪਾਓ। ਬਿਲਕੁਲ ਜੀ। ਆਪਾਂ ਜਿਹੜੇ ਤੁਸੀਂ ਗੱਲਬਾਤ ਕੀਤੀ ਕਿ ਆਪਾਂ ਹੋਰ ਵੀ ਵੱਖੋ ਵੱਖ ਤਰੀਕਿਆਂ ਨਾਲ ਜਿਹੜੀ ਇੱਥੇ ਹੋਂਦ ਆਪਾਂ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਚਾਹੇ ਆਪਣੇ ਨਗਰ ਕੀਰਤਨ ਹੋਣ, ਚਾਹੇ ਆਪਾਂ ਹੋਰ ਜਿਹੜੇ ਵੱਖੋ ਵੱਖ ਤਰੀਕੇ ਨਾਲ ਆਪਾਂ ਇੱਥੋਂ ਦੀ ਕਮਿਊਨਿਟੀ ਨੂੰ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਵੀ ਇੱਥੇ ਸਾਡੇ ਸਿੱਖ ਰਹਿੰਦੇ ਆ, ਇੰਨੀ ਗਿਣਤੀ ਸਿੱਖ ਜੀ ਰਹਿੰਦੇ ਆ। ਔਰ ਇਹ ਜਿਹੜਾ ਬਹੁਤ ਵਧੀਆ ਇੱਕ ਲੀਗਲ ਤਰੀਕਾ ਹੈਗਾ, ਜਿਹੜੇ ਡਾਕੂਮੈਂਟਡ ਪ੍ਰੂਫ ਉਹਨਾਂ ਦੇ ਕੋਲੇ ਜਾਣੇ ਆ। ਕਿਉਂਕਿ ਜਦੋਂ ਆਪਾਂ ਇੱਥੇ ਗੱਲ ਕਰਦੇ ਹਾਂ ਨਸਲੀ ਵਿਤਕਰਿਆਂ ਦੀ ਗੱਲ ਕਰਦੇ ਹਾਂ, ਜਾਂ ਜਿਹੜਾ 9/11 ਤੋਂ ਬਾਅਦ ਜੋ ਇੱਥੇ ਹੋਇਆ, ਉਹ ਸਾਰੀਆਂ ਚੀਜ਼ਾਂ ਨੂੰ ਘੱਟ ਕਰਨ ਵਾਸਤੇ ਬਹੁਤ ਜ਼ਰੂਰੀ ਆ ਕਿ ਆਪਾਂ ਵੱਡੀ ਗਿਣਤੀ ਦੇ ਵਿੱਚ ਜਿਹੜਾ ਆਪਣੇ ਨਾਮ ਦਰਜ ਕਰਵਾਈਏ, ਮਰਦਮਸ਼ੁਮਾਰੀ ਦੇ ਵਿੱਚ ਹਿੱਸਾ ਲਈਏ। ਸੋ ਜਿਵੇਂ ਤੁਸੀਂ ਗੱਲਬਾਤ ਕੀਤੀ ਹੈ ਕਿ ਬਹੁਤ ਵਧੀਆ ਜਿਹੜਾ ਤੁਸੀਂ ਕਲੀਅਰਲੀ ਜਿਹੜਾ ਦੱਸਿਆ ਕਿ ਜਿਹੜੀ ਇਹ ਇਨਫੋਰਮੇਸ਼ਨ ਆ, ਇਹ ਟੋਟਲੀ ਸਿਕਿਉਰ ਇਨਫੋਰਮੇਸ਼ਨ ਜਿਹੜੀ ਹੈਗੀ ਹੈ, ਕਿਸੇ ਨੂੰ ਡਰਨ ਦੀ ਲੋੜ ਨਹੀਂ, ਘਬਰਾਉਣ ਦੀ ਲੋੜ ਨਹੀਂ। ਇਹ ਜਿਹੜੀ ਹੈਗੀ ਹੈ ਇੱਕ ਉਹਨਾਂ ਨੇ ਮਰਦਮਸ਼ੁਮਾਰੀ ਦੇ ਲਈ ਜਿਹੜੀ ਆਪਣੀ ਇਨਫੋਰਮੇਸ਼ਨ ਹੈ ਜਿਹੜੀ ਯੂਜ਼ ਕਰਨੀ ਆ। ਸੋ ਹੁਣ ਮੈਂ ਚਾਹੁੰਦਾ ਕਿ ਭਾਜੀ ਤੁਸੀਂ ਇਹ ਜ਼ਰੂਰ ਦੱਸੋ ਕਿ ਹੁਣ ਆਪਾਂ ਪਹਿਲਾਂ ਗੱਲਬਾਤ ਕੀਤੀ ਕਿ ਇਹਦੀ ਅਹਿਮੀਅਤ ਕੀ ਹੈ, ਆਪਾਂ ਨੂੰ ਕਿਉਂ ਕਰਨੀ ਚਾਹੀਦੀ ਹੈ। ਹੁਣ ਇਹਦਾ ਪ੍ਰੋਸੈਸ ਤੇ ਆਪਾਂ ਗੱਲਬਾਤ ਕਰਦੇ ਹਾਂ ਕਿ ਇਹ ਕਰਨੀ ਕਿਵੇਂ ਆ। ਜਿਹੜੇ ਆਪਣੇ ਸਰੋਤੇ ਸੁਣ ਵੀ ਰਹੇ ਆ, ਖਾਸ ਕਰਕੇ USA ਦੇ ਵਿੱਚ ਜਿਹੜੇ ਆਪਾਂ ਨੂੰ ਸਰੋਤੇ ਸੁਣ ਰਹੇ ਆ, ਮੈਂ ਉਹਨਾਂ ਨੂੰ ਦੱਸ ਦਿੰਦਾ ਕਿ ਤੁਸੀਂ WhatsApp ਤੇ ਸਾਨੂੰ ਕਾਲ ਵੀ ਕਰ ਸਕਦੇ ਹੋ। ਸਾਡਾ WhatsApp ਨੰਬਰ ਹੈਗਾ 2145063412। ਇਸ ਨੰਬਰ ਤੇ ਤੁਸੀਂ ਕਾਲ ਕਰਕੇ ਤੁਸੀਂ ਕੋਈ ਸਵਾਲ ਹੈਗਾ ਉਹ ਪੁੱਛ ਸਕਦੇ ਹੋ, ਜਾਂ ਕੋਈ ਹੋਰ ਤੁਸੀਂ ਕੋਈ ਜਾਣਕਾਰੀ ਲੈਣੀ ਚਾਹੁੰਦੇ ਹੋ ਉਹ ਵੀ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ। ਤੇ ਸਾਡਾ ਸਟੂਡੀਓ ਦਾ ਨੰਬਰ ਵੀ 7018019597 ਜਿਹੜਾ ਹੈਗਾ, ਇਸ ਨੰਬਰ ਤੇ ਤੁਸੀਂ ਕਾਲ ਕਰਕੇ ਜਿਹੜੀ ਜਾਣਕਾਰੀ ਲੈ ਸਕਦੇ ਹੋ ਜੇ ਤੁਹਾਡਾ ਕੋਈ ਸਵਾਲ ਹੋਵੇ। ਤੇ ਹੁਣ ਭਾਈ ਗੁਰਵਿੰਦਰ ਸਿੰਘ ਤੁਸੀਂ ਦੱਸਿਓ ਕਿ ਇਹਦਾ ਪ੍ਰੋਸੈਸ ਕੀ। ਆਪਾਂ ਸਭ ਤੋਂ ਪਹਿਲਾਂ ਤਾਂ ਇਸ ਤੇ ਆਪਾਂ ਕਿਹੜੀ ਵੈਬਸਾਈਟ ਤੇ ਜਾਣਾ ਤੇ ਕੀ ਇਨਫੋਰਮੇਸ਼ਨ ਭਰਨੀ ਆ, ਤੇ ਖਾਸ ਕਰਕੇ ਜਿੱਦਾਂ ਤੁਸੀਂ ਕਿਹਾ ਕਿ ਅਮਰੀਕਾ ਦੀ ਗਵਰਨਮੈਂਟ ਨੇ ਆਪਾਂ ਨੂੰ ਇੱਕ ਮੌਕਾ ਦਿੱਤਾ ਕਿ ਵੱਖਰੀ ਨਸਲ ਆ ਜਿਹੜੀ ਆਪਾਂ ਉੱਥੇ ਦੱਸ ਸਕੀਏ ਆਪਣੀ, ਉਹ ਕਿਸ ਤਰੀਕੇ ਨਾਲ ਆਪਾਂ ਨੂੰ ਦੱਸ ਸਕਦੇ ਹਾਂ ਵੀ ਅਸੀਂ ਵੱਖਰੀ ਨਸਲ ਆ ਸਾਡੀ। ਜੀ ਸੋ ਕੁਲਵਿੰਦਰ ਸਿੰਘ ਜੀ, ਜਿਹੜੀ ਸਾਈਟ ਹੈ ਜੀ ਉਹ ਹੈਗੀ census2020.org। ਸੋ ਤੁਸੀਂ ਉਹ ਸਾਈਟ ਤੇ ਜਾਣਾ census2020.org, ਤੇ ਉਹ ਸਾਈਟ ਤੇ ਜਾ ਕੇ ਉਹਨਾਂ ਵਿੱਚ ਲਿਖਿਆ ਹੁੰਦਾ ਕਿ ਤੁਹਾਨੂੰ ਉਹਨਾਂ ਨੇ ਮੇਲ ਕੀਤਾ, ਸਾਰੇ ਪਰਿਵਾਰਾਂ ਨੂੰ, ਸਾਰੇ ਘਰਾਂ 'ਚ ਮੇਲ ਆਈ ਆ। ਇੱਕ ਨਹੀਂ, ਬਿਲਕੁਲ ਮੈਂ ਕਹਿ ਸਕਦਾ 2-3 ਵਾਰ ਆਈ ਆ, ਕਿਉਂਕਿ ਸਾਡੇ ਕੋਲ ਆਪ ਆਈ ਹੋਈ ਆ 2-3 ਵਾਰ। ਹਾਂਜੀ, ਸੋ ਉਹਦੇ ਉੱਪਰ ਇਹ ਹੁੰਦਾ ਕਿ ਹਾਂਜੀ ਬਿਲਕੁਲ ਜੀ ਬਿਲਕੁਲ, ਕਿਉਂਕਿ ਇਹਨਾਂ ਨੇ ਆਪਣੇ ਵੱਲੋਂ ਬੜੀ ਕੋਸ਼ਿਸ਼ ਕੀਤੀ ਆ ਕਿ ਕਈ ਵਾਰ ਕੀ ਕਰਨਾ ਹੁੰਦਾ ਬੰਦੇ ਨੇ ਮੇਲ ਦੇ ਕੇ, ਉਹ ਯਾਰ ਇਹਦੇ ਸਾਡੇ ਨਾਲ ਕੀ ਸਾਂਝ, ਸੈਂਸਸ ਪੜ੍ਹ ਕੇ ਮਾੜਾ ਜਿਹਾ ਚੱਕ ਕੇ ਬੰਦਾ ਟਰੈਸ ਮਾਰਦਾ। ਸੋ ਜਦ ਦੂਜੀ ਤੀਜੀ ਵਾਰ ਆਉਂਦੀ ਹੈ ਬੰਦਾ ਥੋੜਾ ਧਿਆਨ ਦਿੰਦਾ, ਯਾਰ ਇੰਨੀ ਵਾਰ ਭੇਜ ਰਹੇ ਨੇ, ਹੋ ਸਕਦਾ ਕੁਝ ਖਾਸ ਹੋਵੇ। ਹਾਂਜੀ, ਸੋ ਸਾਈਟ ਮੈਂ ਦੁਬਾਰਾ ਕਹਾਂਗਾ, ਇਹ ਹੈਗੀ ਆ my2020census.gov, my2020 census CENSUS.gov। ਉਹਦੇ ਉੱਪਰ ਤੁਸੀਂ ਜਾਂਦੇ ਹੋ ਤੇ ਉਹਦੇ ਉੱਪਰ ਤੁਸੀਂ ਇੱਕ ਬਹੁਤ ਸੌਖਾ ਹੈਗਾ, ਉੱਥੇ ਇੱਕ ਡੱਬਾ ਹੁੰਦਾ ਆ ਜਿੱਥੇ ਲਿਖਿਆ ਹੁੰਦਾ ਕਲਿੱਕ ਕੁਐਸਚਨੇਅਰ, ਕਿ ਜਿੱਥੇ ਸਵਾਲ ਪੁੱਛਣੇ ਨੇ ਉਹਨੂੰ ਦੱਬੋ। ਉਹ ਦੱਬ ਕੇ ਉਹ ਤੋਂ ਬਾਅਦ ਜੇ ਤੁਹਾਨੂੰ ਕੋਡ ਆਉਂਦੀ ਆ, ਜਿਹੜੀ ਤੁਹਾਨੂੰ ਮੇਲ ਹੋਈ ਆ, ਉਹ ਤੁਸੀਂ ਪਾ ਸਕਦੇ ਹੋ। ਜੇ ਉਹ ਨਹੀਂ ਵੀ ਆਉਂਦੀ ਨਾ, ਤਾਂ ਤੁਸੀਂ ਸਿਰਫ ਇਹ ਕਹਿ ਸਕਦੇ ਹੋ if you do not have a census ID click here। ਪਰ ਬਹੁਤ ਸੌਖਾ, ਤੁਸੀਂ my2020census.gov ਤੇ ਜਾਂਦੇ ਹੋ, ਕਲਿੱਕ ਕੁਐਸਚਨੇਅਰ, ਜੇ ਤਾਂ ਕੋਡ ਹੈਗੀ ਆ ਉਹ ਪਾ ਦਿਓ, ਜੇ ਕੋਡ ਨਹੀਂ ਹੈਗੀ ਪਾ ਦਿਓ ਕਿ I do not have a code, ਤੇ ਤੁਸੀਂ ਉਹਨੂੰ ਦੱਬ ਦਿੰਦੇ ਹੋ ਤੇ ਅੱਗੇ ਜਾਂਦੇ ਹੋ। ਤੇ ਜਿਹੜਾ ਪੂਰੀ ਪ੍ਰੋਸੈਸ ਆ ਨਾ ਭਾਈ ਸਾਹਿਬ ਕੁਲਵਿੰਦਰ ਸਿੰਘ ਜੀ, ਮੈਂ ਕਹਿ ਸਕਦਾ ਕਿ ਜੇ ਤੁਹਾਡੇ 8-10 ਜੀ ਵੀ ਘਰ 'ਚ ਰਹਿ ਰਹੇ ਨੇ ਨਾ, ਤੁਸੀਂ ਉਹਨਾਂ ਦਾ ਵੀ ਨਾਂ ਲਿਖਣਾ ਹੋਵੇ, ਤੁਸੀਂ 5 ਤੋਂ 7 ਮਿੰਟ ਤੋਂ ਜ਼ਿਆਦਾ ਨਹੀਂ ਲੱਗਣੇ ਤੁਹਾਡੇ ਕੁੱਲ, ਤੁਹਾਡੇ 5 ਤੋਂ 7 ਮਿੰਟ ਨਹੀਂ ਲੱਗਣੇ। ਕਿ ਉਸ ਤੋਂ ਬਾਅਦ ਸਿਰਫ ਇਹ ਸਵਾਲ ਪੁੱਛਣਾ ਕਿ ਤੁਸੀਂ ਆਪਣਾ ਨਾਂ ਦੱਸੋ ਤੇ ਐਡਰੈਸ, ਆਪਣੀ ਸਰਦਨ ਪਾਉਣੀ, ਐਡਰੈਸ ਪਾਉਣੀ ਆ, ਤੁਸੀਂ ਆਪਣੀ ਉਮਰ ਪਾਉਣੀ ਆ, ਤੇ ਫਿਰ ਤੁਸੀਂ ਜਿਹੜੇ ਪਰਿਵਾਰ ਦੇ ਵਿੱਚ ਜੀ ਨੇ ਉਹਨਾਂ ਦੇ ਬਾਰੇ ਤੁਸੀਂ ਜ਼ਿਕਰ ਕਰਨਾ ਆ। ਤੇ ਜਿਹੜਾ ਸਭ ਤੋਂ ਅਹਿਮ ਸਵਾਲ ਜਿਹੜਾ ਸਿੱਖ ਪੰਥ ਲਈ ਹੈਗਾ, ਜਿਹਦੇ ਬਾਰੇ ਸਾਨੂੰ ਬਹੁਤ ਜ਼ਿਆਦਾ ਧਿਆਨ ਦੇਣਾ ਪੈਣਾ, ਉਹ ਹੈਗਾ ਸੈਕਸ਼ਨ 9। ਉਹਦੇ ਵਿੱਚ ਤੁਹਾਡੀ ਰੇਸ ਬਾਰੇ, ਤੁਹਾਡੀ ਨਸਲ ਬਾਰੇ ਪੁੱਛਿਆ ਜਾਂਦਾ, ਤੇ ਸਵਾਲ ਹੈਗਾ what is person one's race। ਕਿ ਜਦ ਤੁਸੀਂ ਆਪਣਾ, ਜਿਵੇਂ ਮੈਂ ਗੁਰਵਿੰਦਰ ਸਿੰਘ ਲਿਖਦਾ ਤਾਂ ਉਹਨਾਂ ਨੇ ਮੇਰੀ ਨਸਲ ਬਾਰੇ ਪੁੱਛਿਆ what is your race, ਹੈ ਨਾ ਜੀ। ਤੇ ਉਹਦੇ ਵਿੱਚ ਸਭ ਤੋਂ ਥੱਲੇ ਪਾਸੇ ਜਾਣਾ ਹੈ ਤੁਸੀਂ, ਉਹਦੇ ਵਿੱਚ ਲਿਖਿਆ ਹੁੰਦਾ, ਮੈਂ ਦਿਖਾ ਵੀ ਸਕਦਾ, ਉਹਦੇ ਵਿੱਚ ਲਿਖਿਆ ਹੁੰਦਾ ਹਾਂਜੀ, ਉਹਦੇ ਵਿੱਚ ਲਿਖਿਆ ਹੁੰਦਾ some other race। ਦੇਖੋ question 9, what is one person's race,
ਤੇ ਫਿਰ ਉਹਦੇ ਥੱਲੇ ਆਉਂਦਾ ਸਮ ਅਦਰ ਰੇਸ, ਤੁਸੀਂ ਉਹਦੇ ਤੇ ਕਾਂਟਾ ਲਾਉਣਾ ਭਾਈ ਸਾਹਿਬ, ਤੇ ਕਾਂਟਾ ਲਾ ਠੀਕ ਹੈ ਕੇ ਜੀ, ਤੁਸੀਂ ਉਹਦੇ ਥੱਲੇ ਸਿੱਖ ਲਿਖਣਾ। ਮੈਂ ਦੁਬਾਰਾ ਦਿਖਾਵਾਂਗਾ, ਠੀਕ ਹੈ ਜੀ, what is a person's race, ਤੇ ਉਹਦੇ ਥੱਲੇ ਹਾਂਜੀ, ਕਾਂਟਾ ਲਾਉਣਾ some other race ਤੇ ਸਿੱਖ ਲਿਖਣਾ। ਇਹਦੇ ਨਾਲ ਤੇ ਫਿਰ ਤੁਸੀਂ ਆਪਣਾ ਤਾਂ ਦਰਜ ਕਰ ਦਿੱਤਾ। ਫਿਰ ਹੁਣ ਜਿਵੇਂ ਫਰਜ਼ ਕਰੋ ਤੁਹਾਡੀ ਵਾਈਫ ਨੇ, ਤੁਹਾਡੇ ਮਾਤਾ ਪਿਤਾ ਨੇ, ਤੁਹਾਡੇ ਬੱਚੇ ਨੇ, ਚਾਚਾ ਚਾਚੀ ਨੇ, ਜੋ ਵੀ ਤੁਹਾਡੇ ਘਰ ਦੇ ਵਿੱਚ ਰਹਿੰਦੇ ਨੇ, ਹਾਂਜੀ, ਹਾਂਜੀ, ਤੇ ਉਹ ਘਰ ਦੀ ਇਹ ਗੱਲ ਹੁੰਦੀ ਹੈ ਕਿ ਜਦੋਂ ਸੈਂਸਸ ਦਾ ਸ਼ੁਰੂਆਤ ਹੋਈ ਹੈ ਉਦੋਂ ਦੇ ਘਰ ਵਿੱਚ ਰਹਿ ਰਹੇ ਨੇ। ਸੋ ਹੋ ਸਕਦਾ ਕਿ ਤੁਹਾਡੇ ਕੋਈ ਰਿਸ਼ਤੇਦਾਰ 6 ਮਹੀਨੇ ਲਈ, ਸਾਲ ਲਈ ਆਏ ਨੇ, ਉਹ ਵੀ ਗਿਣਤੀ ਚ ਆਉਣਗੇ। ਉਹ ਹਾਂਜੀ, ਠੀਕ ਹੈ ਜੀ, ਉਹ ਜੇ ਕੋਈ ਘੁੰਮਣ ਆਏ ਨੇ, ਹਾਂਜੀ, ਜੇ ਤੁਹਾਡੇ ਘਰ ਦੇ ਵਿੱਚ ਵੱਸ ਰਹੇ ਨੇ ਉਸ ਸਮੇਂ ਦੇ ਵਿੱਚ, ਤਾਂ ਉਹਨਾਂ ਦੀ ਗਿਣਤੀ 20 ਹੁੰਦੀ ਆ। ਸੋ ਤੁਸੀਂ ਜਦ ਉਹਨਾਂ ਦਾ ਨਾਮ ਲਿਖਦੇ ਹੋ, ਫਿਰ ਪਰਸਨਸ 2 ਹੋਵੇਗਾ ਕਿ what is person 2's race, ਹਾਂਜੀ, ਤੁਹਾਡੇ ਮਾਤਾ ਪਿਤਾ, ਹਾਂਜੀ, ਤੁਹਾਡੇ ਬੱਚੇ, ਉਹਨਾਂ ਦੇ ਤੁਹਾਨੂੰ ਇੱਕ ਇੱਕ ਲਈ ਆਪਣੀ ਨਸਲ ਉਹਨਾਂ ਨੂੰ ਦਰਜ ਕਰਨੀ ਪੈਣੀ ਆ ਤੇ ਉਹਨਾਂ ਨੂੰ ਸਿੱਖ ਲਿਖਣਾ ਪੈਣਾ। ਸੋ ਜੇ ਤੁਹਾਡੇ ਘਰ ਦੇ ਵਿੱਚ 5 ਜੀ ਨੇ, ਤੁਹਾਨੂੰ 5 ਵਾਰ ਇਹ ਸਵਾਲ ਦਾ ਜਵਾਬ ਦੇਣਾ ਪੈਣਾ। ਜੇ 10 ਜੀ ਨੇ, 10 ਵਾਰ ਇਸ ਸਵਾਲ ਦਾ ਜਵਾਬ ਦੇਣਾ ਪੈਣਾ ਆ। ਪਰ ਕੁੱਲ ਮਿਲਾ ਕੇ ਇਹ ਕੰਪਿਊਟਰ ਦੇ ਵਿੱਚ ਤੁਸੀਂ ਜਾਣਾ ਆ, ਤੁਸੀਂ ਕਾਂਟੇ ਲਾਉਣੇ ਆ, ਤੁਸੀਂ ਆਪਣਾ ਨਾਮ ਲਿਖਣਾ ਆ, ਐਡਰੈਸ ਲਿਖਣੀ ਆ, ਉਮਰ ਲਿਖਣੀ ਆ, ਤੇ ਇਹ ਸਾਰਾ ਕੁਝ ਜੋ ਮੈਂ ਕਹਿ ਰਿਹਾ ਆ, ਇਹ 5 ਤੋਂ 7 ਮਿੰਟ ਤੋਂ ਜ਼ਿਆਦਾ ਨਹੀਂ ਲੱਗਦੇ। ਇਹਦੇ ਮੈਂ ਵਿੱਚ ਉਹਨਾਂ ਦੀ ਗੱਲ ਕਰ ਰਿਹਾ ਜਿਨ੍ਹਾਂ ਦੇ ਘਰ ਦੇ ਵਿੱਚ 8-10 ਜੀ ਵੀ ਰਹਿੰਦੇ ਨੇ, 5 ਤੋਂ 7 ਮਿੰਟ ਤੋਂ ਜ਼ਿਆਦਾ ਉਹਨਾਂ ਨੂੰ ਲੱਗੇ ਨਹੀਂ। ਹੋ ਸਕਦਾ ਤੁਹਾਨੂੰ 10 ਮਿੰਟ ਲੱਗ ਜਾਣ, ਪਰ ਇਹਦੇ ਨਾਲ ਹਾਂਜੀ, ਤੁਸੀਂ ਆਪਣੇ ਪਰਿਵਾਰ ਦੇ ਅੰਕੜੇ ਆਪਣੇ ਦਰਜ ਕਰਾ ਲਏ ਨੇ ਕਿ ਤੁਸੀਂ ਇਸ ਸ਼ਹਿਰ ਦੇ ਵਿੱਚ ਵੱਸਦੇ ਹੋ, ਤੇ ਨਾਲੇ ਤੁਸੀਂ ਸਿੱਖੀ ਨੂੰ ਵੀ ਦਰਜ ਕਰਾ ਲਿਆ ਆ ਕਿ ਆਪਣੇ ਪੰਥ ਦੇ ਇੰਨੇ ਬੰਦੇ ਨੇ ਜਿਹੜੇ ਇਸ ਇਲਾਕੇ ਦੇ ਵਿੱਚ ਵੱਸਦੇ ਨੇ। ਸੋ ਤੁਸੀਂ ਆਪਣੇ ਆਪ ਹੀ ਲਈ ਨਹੀਂ, ਤੁਸੀਂ ਆਪਣੀ ਕੌਮ ਲਈ ਵੀ ਇੱਕ ਬਹੁਤ ਹੀ ਵੱਡਾ ਮੀਲ ਪੱਥਰ ਸਾਬਿਤ ਹੋਵੋਗੇ। ਤੇ ਮੈਂ ਵੀ ਕਹਾਂਗਾ ਕਿ ਅਸੀਂ ਕਈ ਵਾਰ ਸੋਚਦੇ ਯਾਰ ਕਿ ਬੰਦਾ ਕਹਿੰਦਾ ਕਿ ਮੈਂ ਯਾਰ ਪੰਥ ਲਈ ਕੀ ਕਰ ਸਕਦਾ, ਕਿ ਮੈਂ ਆਪਣੀ ਹਾਂਜੀ, ਕੌਮ ਲਈ ਕੀ ਕਰ ਸਕਦਾ। ਅਸੀਂ ਇਹ ਹੂੰ, ਨਹੀਂ ਕਹਿ ਰਹੇ ਹੂੰ, ਤੁਸੀਂ ਮੈਦਾਨ ਵਿੱਚ ਆਓ, ਅਸੀਂ ਇਹ ਨਹੀਂ ਕਹਿ ਰਹੇ ਕਿ ਤੁਸੀਂ ਕਿਸੇ ਕੋਵਿਡ-19 ਦਾ ਸਾਹਮਣਾ ਕਰੋ ਜਿਵੇਂ ਕਈ ਲੰਗਰ ਛਕਾ ਰਹੇ ਨੇ। ਅਸੀਂ 4 ਮਿਲੀਅਨ ਹਾਂਜੀ, ਤੋਂ ਜ਼ਿਆਦਾ ਮੀਲ ਵਰਤਾ ਚੁੱਕੇ ਹਾਂ ਦੁਨੀਆ ਦੇ ਵਿੱਚ, ਵਾਹਿਗੁਰੂ ਦੀ ਮਿਹਰ ਦੇ ਨਾਲ। ਹੂੰ, ਹੂੰ। ਜਾਂ ਤੁਸੀਂ ਪੀਪੀਈ ਕਿਟਸ ਦਿਓ, ਜਾਂ ਤੁਸੀਂ ਕਿਤੇ ਕੈਂਪ ਲਾਓ। ਅਸੀਂ ਇਹੀ ਬੇਨਤੀ ਕਰ ਰਹੇ ਹਾਂ ਯਾਰ, ਘਰੇ ਬੈਠੇ 5 ਤੋਂ 7 ਮਿੰਟ ਆਪਣੇ ਦਿਓ ਤੇ ਸੈਂਸਸ ਦੇ ਫਾਰਮ ਭਰੋ ਤੇ ਆਪਣੇ ਆਪ ਨੂੰ ਦਰਜ ਕਰਵਾਓ। ਇਹਦੇ ਵਿੱਚ ਮੈਂ ਦੋ ਗੱਲਾਂ ਤੁਹਾਡੇ ਤੋਂ ਕਲੈਰੀਫਾਈ ਕਰਨੀ ਚਾਹੁੰਦਾ। ਇੱਕ ਤਾਂ ਵੈਬਸਾਈਟ ਤੇ ਤੁਸੀਂ ਥੋੜੀ ਦੁਬਾਰਾ ਦੱਸਿਓ, ਕਿਉਂਕਿ ਜਿਹੜੀ ਮਾਈ 2020 census.org ਆ ਜਾਂ .gov ਆ, ਇੱਕ ਤਾਂ ਇਹ ਥੋੜਾ ਜਿਹਾ ਕਲੀਅਰ ਕਰਕੇ ਦੱਸਿਓ। ਜੀ ਮੈਂ ਹਾਂਜੀ, ਇੱਥੇ ਦਿਖਾਈ ਦਿੰਦਾ ਜੀ, ਇਹ ਹੈਗੀ ਆ ਮਾਈ ਸੈਂਸਸ, my2020census.gov, ਠੀਕ ਹੈ ਜੀ, ਹਾਂਜੀ, my2020census.gov, ਹਾਂਜੀ। ਬਿਲਕੁਲ। ਤੁਸੀਂ ਇਹ ਆਪਾਂ ਸੁਣਨ ਵਾਲੇ ਸਰੋਤਿਆਂ ਨੂੰ ਦੁਬਾਰਾ ਵੀ ਦੱਸ ਦਿੰਦੇ ਆ ਕਿ ਤੁਸੀਂ my2020census.gov ਤੇ ਜਾ ਕੇ, ਜਿਹੜੀ ਜਿੱਦਾਂ ਆਪਾਂ ਨੂੰ ਗੁਰਵਿੰਦਰ ਭਾਈ ਉਹਨਾਂ ਨੇ ਬੜੇ ਡਿਟੇਲ 'ਚ ਦੱਸਿਆ ਕਿ ਤੁਸੀਂ ਜਿਹੜੀ ਆਪਣੀ ਇਨਫੋਰਮੇਸ਼ਨ ਸਾਰੀ ਭਰ ਸਕਦੇ ਆ ਤੇ ਆਪਣਾ ਕਿਵੇਂ ਤੁਸੀਂ ਮਰਦਮਸ਼ੁਮਾਰੀ ਦੇ ਵਿੱਚ ਹਿੱਸਾ ਲੈ ਸਕਦੇ ਆ, ਆਪਣਾ ਨਾਮ ਦਰਜ ਕਰਵਾ ਸਕਦੇ ਆ। ਤੇ ਇੱਕ ਗੱਲ ਮੈਂ ਤੁਹਾਡੇ ਤੋਂ ਹੋਰ ਕਲੀਅਰ ਕਰਨੀ ਚਾਹੁੰਦਾ ਕਿ ਜਿੱਦਾਂ ਤੁਸੀਂ ਕਿਹਾ ਕਿ ਫੈਮਿਲੀ ਦੇ 8 ਜਾਂ 10 ਜੀ, ਕਿਸੇ ਦੇ ਵੀ ਜਿੰਨੇ ਵੀ ਮੈਂਬਰ ਹੈਗੇ ਆ, ਫੈਮਿਲੀ ਮੈਂਬਰ ਆ, ਉਹਨਾਂ ਸਾਰਿਆਂ ਵਾਸਤੇ ਸੈਪਰੇਟ ਫਾਰਮ ਆਪਾਂ ਨੂੰ ਭਰਨਾ ਪਊਗਾ, ਜਾਂ ਇੱਕ ਫਾਰਮ ਦੇ ਵਿੱਚ ਆਪਾਂ ਸਾਰਿਆਂ ਦੇ ਨਾਮ ਫੈਮਿਲੀ ਮੈਂਬਰ ਭਰ ਕੇ ਤੇ ਉਹਨਾਂ ਦੇ ਜਿਹੜੇ ਦਰਜ ਕਰਵਾ ਸਕਦੇ ਆ? ਜੀ ਬਹੁਤ ਵਧੀਆ ਸਵਾਲ ਹੈ ਕੁਲਵਿੰਦਰ ਸਿੰਘ ਜੀ। ਤੁਹਾਨੂੰ ਜੀ ਜਦ ਤੁਸੀਂ ਇਹ ਖੋਲ ਦਿੱਤਾ ਨਾ ਆਪਣੇ ਵੈਬਸਾਈਟ ਤੇ ਜਾ ਕੇ, ਉਹ ਸਮੁੱਚੇ ਹਾਂਜੀ, ਪਰਿਵਾਰ ਲਈ ਹੁੰਦਾ ਹੈ। ਸੋ ਤੁਸੀਂ ਪਹਿਲਾਂ ਆਪਣਾ ਭਰੋਗੇ ਤੇ ਉਸ ਦੇ ਵਿੱਚ ਹੀ ਤੁਸੀਂ ਉਹਨਾਂ ਦਾ ਫਿਰ ਜ਼ਿਕਰ ਕਰੋਗੇ ਕਿ ਅੱਛਾ ਮੇਰੇ ਫਾਦਰ ਸਾਹਿਬ ਨੇ, ਮੇਰੇ ਮਾਤਾ ਜੀ ਨੇ, ਮੇਰੇ ਵਾਈਫ ਨੇ, ਮੇਰੇ ਬੱਚੇ ਨੇ, ਮੇਰੀ ਧੀ ਆ। ਸੋ ਉਸ ਜਦ ਤੁਸੀਂ ਲਿੰਕ ਖੋਲ ਦਿੱਤਾ, ਉਹ ਲਿੰਕ ਦੇ ਵਿੱਚ ਹੀ ਤੁਸੀਂ ਸਾਰੇ ਪਰਿਵਾਰ ਦੇ ਨਾਂ ਉਹਦੇ ਵਿੱਚ ਹੀ ਦਰਜ ਕਰਨੇ ਨੇ। ਠੀਕ ਹੈ ਜੀ। ਆਪਣੇ ਨਾਲ ਕਾਲ ਹੈਗੀ ਆ, ਕਾਲ ਜੁੜੀ ਹੋਈ, ਆਪਾਂ ਉਹਨਾਂ ਨਾਲ ਗੱਲਬਾਤ ਕਰ ਲਈਏ। ਤੁਹਾਡਾ ਲਾਸਟ ਨੰਬਰ ਹੈ 2793, ਤੁਸੀਂ ਔਨ ਏਅਰ ਕੀ ਕਹਿਣਾ ਚਾਹੁੰਦੇ? ਕੁਲਵਿੰਦਰ ਸਿੰਘ ਜੀ, ਤੁਹਾਨੂੰ ਤੇ ਤੁਹਾਡੇ ਮਹਿਮਾਨ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਜਸਵੀਰ ਸਿੰਘ ਬੋਲਦਾ, ਇੱਥੋਂ ਲੋਕਲ ਡੈਲਸ ਤੋਂ ਹੀ ਬੋਲਦਾ ਜੀ। ਤੇ ਤੁਹਾਡੀ ਜਿਹੜੀ ਜਾਣਕਾਰੀ ਤੁਸੀਂ ਦੇ ਰਹੇ ਹੋ ਬਹੁਤ ਬੜੀ ਮੁੱਲੀ ਜਾਣਕਾਰੀ ਹੈ, ਬਹੁਤ ਤੁਹਾਡਾ ਧੰਨਵਾਦ ਹੈਗਾ। ਸਾਰੇ ਸਿੱਖਾਂ ਨੂੰ, ਸਾਰੇ ਪੰਜਾਬੀਆਂ ਨੂੰ ਇਹ ਜ਼ਰੂਰ ਫਾਇਦਾ ਲੈਣਾ ਚਾਹੀਦਾ ਹੈਗਾ ਤੇ ਆਪਣੀ ਜਿਹੜੀ ਗਿਣਤੀ ਹੈ ਉਹ ਦੱਸਣੀ ਚਾਹੀਦੀ ਹੈ। ਮੇਰੇ ਵੱਲੋਂ ਰਿਕੁਐਸਟ ਹੈ ਸਾਰਿਆਂ ਨੂੰ। ਤੇ ਇੱਕ ਮੇਰਾ ਸਵਾਲ ਆ ਕਿ ਜੇ ਕਿਸੇ ਨੇ ਜਿੱਦਾਂ ਤੁਸੀਂ ਕਹਿੰਦੇ ਹੋ ਉਹਦਾ ਨਹੀਂ ਭਰਿਆ, ਜਿੱਦਾਂ ਆਪਾਂ ਨੂੰ ਭਰਨ ਦੀ ਲੋੜ ਆ, ਉਸ ਤਰੀਕੇ ਨਾਲ ਨਹੀਂ ਫਾਰਮ ਭਰਿਆ, ਕੀ ਉਹ ਦੁਬਾਰਾ ਜਿਹੜਾ ਫਾਰਮ ਆ ਉਹ ਭਰ ਸਕਦੇ ਆ ਜਾਂ ਨਹੀਂ ਭਰ ਸਕਦੇ?
ਜਾਂ ਉਹਨਾਂ ਨੂੰ ਹੁਣ 10 ਸਾਲ ਹੋਰ ਵੇਟ ਕਰਨੀ ਪਊਗੀ? ਇਹ ਜ਼ਰੂਰ ਸਾਨੂੰ ਦੱਸਿਓ। ਮੇਰਾ ਇੰਨਾ ਹੀ ਸਵਾਲ ਹੈ ਜੀ। ਧੰਨਵਾਦ। ਧੰਨਵਾਦ ਜੀ ਬਹੁਤ ਬਹੁਤ। ਹਾਂਜੀ ਹਾਂਜੀ, ਸੋ ਜੀ ਤੁਹਾਨੂੰ ਤੁਸੀਂ ਭਰ ਸਕਦੇ ਹੋ ਜੀ। ਤੇ ਜੇ ਮੈਂ ਵੀ ਕਹਾਂਗਾ, ਜੇ ਕਿਸੇ ਕੋਲ ਕੋਈ ਸਵਾਲ ਹੋਵੇ ਉਹ ਸਾਡੇ ਨਾਲ ਵੀ ਸੰਪਰਕ ਕਰ ਸਕਦਾ। ਮੈਂ ਆਪਣੀ ਈਮੇਲ ਵੀ ਦੇਵਾਂਗਾ ਤੇ ਆਪਣਾ ਨੰਬਰ ਵੀ ਦੇਵਾਂਗਾ। ਈਮੇਲ ਜੀ ਸਾਡੀ ਹਾਂਜੀ ਹੈਗੀ ਆ senses CENSUS@united6.org। ਦੁਬਾਰਾ ਕਹਿਣਾ ਜੀ, CENSUS@united6.org। ਕਿਉਂਕਿ ਕਈ ਵਾਰ ਆਪਣੇ ਬੰਦਿਆਂ ਨੂੰ ਜਾਂ ਸਵਾਲ ਹੁੰਦਾ ਹੈ ਜਾਂ ਉਹ ਪੰਜਾਬੀ 'ਚ ਗੱਲ ਕਰਨਾ ਚਾਹ ਰਹੇ ਨੇ, ਉਹਨਾਂ ਨੂੰ ਕਈ ਵਾਰ ਸ਼ਾਇਦ ਸਮਝ ਨਾ ਆਵੇ ਕਿਸੇ ਚੀਜ਼ ਦੀ, ਜਾਂ ਉਹਨੂੰ ਕਿਸੇ ਚੀਜ਼ ਦੇ ਬਾਰੇ ਵੀ ਹਾਂਜੀ ਸਵਾਲ ਹੋਵੇ, ਕੋਈ ਸ਼ੱਕ ਹੋਵੇ, ਕੋਈ ਸ਼ੰਕਾ ਹੋਵੇ, ਸਾਨੂੰ ਈਮੇਲ ਕਰ ਸਕਦੇ ਨੇ। ਜੇ ਉਹ ਚਾਹੁੰਦੇ ਨੇ ਕਿ ਨਹੀਂ ਯਾਰ ਈਮੇਲ ਨਹੀਂ, ਮੈਂ ਫੋਨ ਤੇ ਗੱਲ ਕਰਨਾ ਚਾਹੁੰਦਾ, ਮੈਂ ਆਪਣਾ ਪਰਸਨਲ ਨੰਬਰ ਵੀ ਦੇ ਦੇਣਾ। ਮੇਰਾ ਨੰਬਰ ਜੀ ਹੈਗਾ 469 222 6288 469 222 6288। ਸੋ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਤੇ ਆਪਣੀ ਯੂਨਾਈਟਿਡ ਸਿੱਖ ਸੰਸਥਾ ਜਿਹਨੇ ਆਪਣਾ ਸੈਂਸਸ ਸਪੋਰਟ ਖੋਲੀ ਹੋਈ ਆ, ਉਹਦਾ ਨੰਬਰ ਹੈਗਾ ਜੀ 1-855-878-6333। 1-855-878-6333। ਸੋ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ, ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਮੈਂ ਆਪਣਾ ਵੀ ਨੰਬਰ ਦੇ ਦਿੱਤਾ ਆ। ਸੋ ਪਲੀਜ਼ ਕੋਈ ਵਾਂਝਾ ਨਾ ਰਹੇ, ਕੋਈ ਆਪਣੇ ਮਨ 'ਚ, ਆਪਣੇ ਜ਼ਿਹਨ 'ਚ ਕੋਈ ਇਹ ਸਵਾਲ ਲੈ ਕੇ ਇਹ ਨਾ ਹੋਵੇ ਕਿ ਯਾਰ ਮੈਨੂੰ ਇਹ ਸ਼ੰਕਾ ਹੈਗੀ ਆ, ਮੈਨੂੰ ਲੱਗਦਾ ਮੈਂ ਨਾ ਕਰਾਂ, ਦੁਬਿਧਾ ਵਿੱਚ ਨਾ ਹੋਵੇ ਕੋਈ। ਅਸੀਂ ਤੁਹਾਨੂੰ ਈਮੇਲ ਵੀ ਦੇਤੀ ਹੈ, ਨੰਬਰ ਵੀ ਦੇ ਦਿੱਤਾ। ਹੁਣ ਕਿਸੇ ਕੋਲ ਕੋਈ ਬਹਾਨਾ ਨਹੀਂ ਹੈਗਾ ਕਿ ਬੰਦਾ ਇਹ ਨਹੀਂ ਕਹਿ ਸਕਦਾ ਕਿ ਯਾਰ ਮੇਰੇ ਕੋਲ 5 ਮਿੰਟ ਨਹੀਂ ਹੈਗੇ ਕਿ ਮੈਂ ਇਸ ਕੰਮ ਦੇ ਵਿੱਚ ਆਪਣਾ ਹਿੱਸਾ ਨਾ ਪਾ ਸਕਾਂ। ਤੇ ਇੱਕ ਹੋਰ ਬੇਨਤੀ ਹੈ ਕੁਲਵਿੰਦਰ ਸਿੰਘ ਜੀ, ਕਿਉਂਕਿ ਇਹਨਾਂ ਹਾਂਜੀ ਨੇ ਹੁਣ ਸੈਂਸਸ ਦੇ ਵਿੱਚ ਥੋੜੀ ਤਬਦੀਲੀ ਲਿਆਈ ਆ। ਇਹਨਾਂ ਨੇ ਸਮਾਂ ਕਦੇ ਅੱਗੇ ਕਰਤਾ, ਕਦੇ ਪਿੱਛੇ ਕਰਤਾ, ਪਰ ਸਾਡੇ ਕੋਲ ਜੀ ਹੁਣ ਸਿਰਫ ਸਤੰਬਰ 30 ਤੱਕ ਹੈਗਾ। ਸਤੰਬਰ ਹਾਂ 30 ਬਿਲਕੁਲ। ਤੋਂ ਮੈਂ ਬਾਅਦ ਅਗਲਾ ਕੁਐਸਚਨ ਹਾਂਜੀ ਹਾਂਜੀ ਹਾਂ ਹਾਂਜੀ ਬਿਲਕੁਲ ਮੈਂ ਤੁਹਾਨੂੰ ਇਹੀ ਪੁੱਛਣਾ ਚਾਹੁੰਦਾ ਸੀਗਾ ਕਿ ਜਿਹੜੀ ਲਾਸਟ ਡੇਟ ਆ ਕਦੋਂ ਤੱਕ ਆਪਾਂ ਕਰ ਸਕਦੇ ਹਾਂ? ਹਾਂਜੀ ਇਹ ਸਤੰਬਰ 30 ਤੱਕ ਆ ਭਾਈ ਸਾਹਿਬ। ਸੋ ਸਤੰਬਰ 30 ਤੋਂ ਬਾਅਦ ਇਹ ਨਹੀਂ ਕਿ ਕੋਈ ਆ ਕੇ ਯਾਰ ਮੈਂ ਭੁੱਲ ਗਿਆ, ਮੈਨੂੰ 1 ਘੰਟਾ ਹੋਰ ਦੇ ਦਿਓ, ਅਕਤੂਬਰ 1 ਨੂੰ ਕਰ ਲੈਣਾ, ਅਕਤੂਬਰ 2 ਨੂੰ ਕਰ ਲੈਣਾ। ਨਹੀਂ, ਸਤੰਬਰ 30 ਤੋਂ ਬਾਅਦ ਕੋਈ ਵੀ ਇਸ ਦੇ ਵਿੱਚ ਆਪਣੇ ਆਪ ਨੂੰ ਦਰਜ ਨਹੀਂ ਕਰਾ ਸਕੇਗਾ। ਉਹ ਸਾਈਟ ਹੀ ਉਹਨਾਂ ਨੇ ਬਲੌਕ ਕਰ ਦੇਣੀ, ਬੰਦ ਹੋ ਜਾਣੀ ਆ। ਤੇ ਅਗਲੀ ਵਾਰ ਸਾਨੂੰ ਮੌਕਾ ਕਦੋਂ ਮਿਲੇਗਾ? 10 ਸਾਲ ਬਾਅਦ। ਤੇ 10 ਸਾਲ ਬਾਅਦ ਕਿੰਨਾ ਕੁ ਸੁਨਹਿਰਾ ਹੋਵੇਗਾ, ਕਿੰਨਾ ਕੁ ਯੋਗਦਾਨ ਸਰਕਾਰ ਦੇਵੇਗੀ? ਕਿਉਂਕਿ ਉਹਨਾਂ ਨੇ ਕਹਿਣਾ ਯਾਰ ਤੁਹਾਨੂੰ 2020 ਚ ਮੌਕਾ ਦਿੱਤਾ ਸੀਗਾ, ਤੁਹਾਡੇ ਨਾਲ ਸਾਂਝ ਪਾਈ ਸੀ, ਗੱਲਬਾਤ ਕੀਤੀ ਸੀ, ਤੁਹਾਡੇ ਜਿਹੜਾ ਉਹਨਾਂ ਨੇ ਇਹ ਵੀ ਬੇਨਤੀ ਕਰਾਂ ਕੁਲਵਿੰਦਰ ਸਿੰਘ ਜੀ, ਜਿਹੜਾ ਸੈਂਸਸ ਬਿਊਰੋ ਨੇ ਨਾ, ਸਰਕਾਰ ਨੇ ਇੱਕ ਇਸ਼ਤਿਹਾਰ ਬਣਾਇਆ, ਐਡ ਬਣਾਇਆ ਹੋਇਆ 30 ਸੈਕਿੰਡ ਦਾ। ਉਹਦੇ ਵਿੱਚ ਵੀ ਦਾਸ ਨੂੰ ਮੌਕਾ ਮਿਲਿਆ, ਯੂਨਾਈਟਿਡ ਸਿੱਖਸ ਨੂੰ ਮੌਕਾ ਮਿਲਿਆ ਕਿ ਉਹਦੇ ਵਿੱਚ ਵੀ ਸਾਨੂੰ ਉਹਨਾਂ ਨੇ ਪਾਇਆ ਸੀ, ਸਿੱਖਾਂ ਨੂੰ, ਉਹਨਾਂ ਨੇ ਈਸਾਈਆਂ ਨੂੰ, ਮੁਸਲਮਾਨਾਂ ਨੂੰ, ਵੱਖ-ਵੱਖ ਧਰਮਾਂ ਨੂੰ, ਵੱਖ-ਵੱਖ ਮੂਲ ਦੇ ਲੋਕਾਂ ਨੂੰ ਪਾਇਆ ਸੀ, ਤੇ ਉਹਨਾਂ ਵਿੱਚ ਸਿੱਖਾਂ ਨੂੰ ਵੀ ਪਾਇਆ ਸੀ। ਦੇਖੋ, ਉਹ ਤਾਂ ਅਹਿਮੀਅਤ ਸਮਝਦੇ ਨੇ ਕਿ ਸਿੱਖ ਕੁਝ ਹੈ, ਕਿ ਸਿੱਖਾਂ ਕੋਲ ਕੁਝ ਹੈ ਜਿਹਦਾ ਸਾਨੂੰ ਲਾਭ ਉਠਾਉਣਾ ਚਾਹੀਦਾ ਆ। ਹੁਣ ਸਾਨੂੰ ਵੀ ਇਹ ਸਮਝਣਾ ਚਾਹੀਦਾ, ਜੇ ਸਰਕਾਰ ਸਾਨੂੰ ਅਹਿਮੀਅਤ ਦੇ ਰਹੀ ਆ, ਜੇ ਸਰਕਾਰ ਸਾਨੂੰ ਇਹ ਕਹਿ ਰਹੀ ਹੈ ਕਿ ਹਾਂ ਅਸੀਂ ਤੁਹਾਡੀ ਜ਼ਿਕਰ ਕਰਨਾ ਚਾਹੁੰਦੇ ਹਾਂ, ਅਸੀਂ ਮਾਣ ਤੇ ਫਖਰ ਮਹਿਸੂਸ ਕਰਦੇ ਹਾਂ ਕਿ ਤੁਸੀਂ ਸਾਡੇ ਦੇਸ਼ ਵਿੱਚ ਵੱਸਦੇ ਹੋ, ਤੇ ਫਿਰ ਅਸੀਂ ਤਾਂ ਨਾ ਢਿੱਲੇ ਹੋਈਏ, ਅਸੀਂ ਵੀ ਉਹ ਮਾਣ ਮਹਿਸੂਸ ਕਰੀਏ ਕਿ ਅਸੀਂ ਵੀ ਗੁਰੂ ਦੇ ਸਿੱਖ ਹਾਂ। ਹਾਂਜੀ, ਤੇ ਅਸੀਂ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ ਹਾਂ, ਤੇ ਅਸੀਂ ਵੀ ਆਪਣੇ ਆਪ ਨੂੰ ਦਰਜ ਕਰਾਈਏ। ਬਿਲਕੁਲ ਜੀ। ਸਾਰੀਆਂ ਕਮਿਊਨਿਟੀ ਦੇ ਵਿੱਚ ਅਸੀਂ ਵੀ ਇੱਥੇ ਸ਼ਿਕਾਗੋ ਦੇ ਵਿੱਚ ਵੱਖੋ-ਵੱਖ ਕਮਿਊਨਿਟੀ ਜਾਂਦੇ ਹਾਂ, ਜਿੱਥੇ ਵੱਖੋ-ਵੱਖ ਆਪਣੇ ਲੋਕ ਰਹਿੰਦੇ ਆ। ਉਹ ਆਪਣੀ ਕਮਿਊਨਿਟੀ ਦੇ ਵਿੱਚ ਉੱਥੇ ਸਪੈਸ਼ਲ ਬਿੱਲ ਬੋਰਡ ਲਾ ਕੇ, ਸਾਈਨ ਲਾ ਕੇ ਉਹ ਪ੍ਰਮੋਟ ਕਰ ਰਹੇ ਇਸ ਚੀਜ਼ ਨੂੰ ਕਿ ਤੁਸੀਂ ਵੱਧ ਤੋਂ ਵੱਧ ਇਹ ਜਿਹੜੀ ਆਪਣੇ ਸੈਂਸਸ ਦੇ ਵਿੱਚ ਆਪਣੇ ਨਾਂ ਦਰਜ ਕਰਾਓ, ਆਪਣੀ ਗਿਣਤੀ ਦਰਜ ਕਰਵਾਓ। ਤਾਂ ਸਿੱਖ ਕੌਮ ਨੂੰ ਵੀ ਇਸ ਗੱਲੋਂ ਪਿੱਛੇ ਨਹੀਂ ਰਹਿਣਾ ਚਾਹੀਦਾ। ਜਿੱਥੇ ਆਪਾਂ ਹੋਰ ਵੱਖੋ-ਵੱਖ ਸੇਵਾ ਕਰਦੇ ਹਾਂ, ਇਹ ਵੀ ਇੱਕ ਸੇਵਾ ਹੈਗੀ ਆ। ਜਿੰਨੇ ਵੀ ਆਪਣੇ ਨੌਜਵਾਨ ਵੀਰ ਹੈਗੇ, ਵਲੰਟੀਅਰ ਵੀਰ ਹੈਗੇ ਆ, ਜਿਵੇਂ ਤੁਸੀਂ ਦੱਸਿਆ ਕਿ ਆਪਣੇ ਕੋਲ 3 ਵੀਕ ਦਾ ਲਗਭਗ ਸਮਾਂ ਹੋਰ ਜਿਹੜਾ ਹੈਗਾ, 30 ਸਤੰਬਰ ਤੱਕ ਦਾ ਟਾਈਮ ਆ। ਤੇ ਇਸੇ ਕਰਕੇ ਜਿਹੜਾ ਆਪਣਾ ਪ੍ਰੋਗਰਾਮ ਜਿਹੜਾ ਅੱਜ ਆਪਾਂ ਪੰਥਕ ਸਾਥ ਵਿੱਚ ਪਹਿਲਾ ਵਿਸ਼ਾ ਹੀ ਇਹੀ ਲੈ ਕੇ ਆਏ, ਕਿਉਂਕਿ ਬਹੁਤ ਥੋੜਾ ਟਾਈਮ ਰਹਿ ਗਿਆ। ਸੋ ਆਪਾਂ ਸਾਰਿਆਂ ਨੂੰ ਇਸ ਮੰਚ ਤੋਂ ਵੀ ਆਪਣਾ ਸਾਂਝਾ ਪੰਜਾਬ TV ਦੇ ਰੇਡੀਓ ਵੌਇਸ ਆਫ ਖਾਲਸਾ ਦੇ ਮੰਚ ਤੋਂ ਵੀ ਆਪਾਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ
ਕਿ ਸਾਰੇ ਵੀ ਜਿੰਨੇ ਵੋਲੰਟੀਅਰ ਵੀਰ ਹੈਗੇ ਆ, ਜੇ ਉਹ ਚਾਹੇ ਅੱਜ ਕੱਲ੍ਹ ਆਪਣੇ COVID-19 ਦਾ ਕਰਕੇ ਗੁਰਦੁਆਰਿਆਂ 'ਚ ਸੰਗਤ ਨਹੀਂ ਜਾ ਰਹੀ, ਪਰ ਜੇ ਕਿੱਥੇ ਤੁਹਾਨੂੰ ਮੌਕਾ ਮਿਲਦਾ ਗੁਰਦੁਆਰਿਆਂ ਦੇ ਵਿੱਚ ਜਾਂ ਕਿਸੇ ਵੀ ਤਰੀਕੇ ਨਾਲ ਤੁਹਾਨੂੰ ਮੌਕਾ ਮਿਲਦਾ ਕਿ ਜੇ ਆਪਾਂ ਉੱਥੇ ਟੇਬਲ ਲਾ ਕੇ ਬੈਠ ਕੇ ਆਪਾਂ ਸੰਗਤ ਨੂੰ ਸੁਚੇਤ ਕਰ ਸਕਦੇ ਹਾਂ, ਉਹਨਾਂ ਨੂੰ ਦੱਸ ਸਕਦੇ ਹਾਂ, ਉਹਨਾਂ ਦੀ ਮਦਦ ਕਰ ਸਕਦੇ ਹਾਂ ਇਸ ਸੈਂਸਸ ਦੇ ਵਿੱਚ ਜਿਹੜਾ ਆਪਣਾ ਨਾਮ ਦਰਜ ਕਰਾਉਣ ਦੇ ਵਿੱਚ, ਸੋ ਸਾਰਿਆਂ ਨੂੰ ਜ਼ਰੂਰ ਵੱਧ ਚੜ੍ਹ ਕੇ ਕਰਨੀ ਚਾਹੀਦੀ ਆ। ਸੋ ਆਪਾਂ ਇੱਕ ਵਾਰੀ WhatsApp ਨੰਬਰ ਜਿਹੜਾ ਦੁਬਾਰਾ ਫਿਰ ਬੋਲ ਦਿੰਦੇ ਹਾਂ, ਆਪਣਾ USA ਦਾ WhatsApp ਨੰਬਰ 2145063412। ਇਸ ਨੰਬਰ ਤੇ ਤੁਸੀਂ ਕਾਲ ਕਰਕੇ ਅੱਜ ਦੇ ਚੱਲਦੇ ਪ੍ਰੋਗਰਾਮ ਦੇ ਵਿੱਚ ਜੇ ਤੁਹਾਡਾ ਕੋਈ ਸਵਾਲ ਹੈਗਾ ਤੁਸੀਂ ਸਵਾਲ ਕਰ ਸਕਦੇ ਹੋ। ਬਾਕੀ ਗੁਰਵਿੰਦਰ ਸਿੰਘ ਉਹਨਾਂ ਨੇ ਤੁਹਾਨੂੰ ਜਿਹੜਾ ਆਪਣਾ ਨੰਬਰ ਤੇ ਈਮੇਲ ਜਿਹੜੀ ਆਲਰੇਡੀ ਦੱਸ ਹੀ ਦਿੱਤੀ ਹੈ। ਮੈਂ ਦੁਬਾਰਾ ਇੱਕ ਵਾਰੀ ਜਿਹੜੀ ਈਮੇਲ ਤੇ ਨੰਬਰ ਰਿਪੀਟ ਕਰ ਦਿੰਦਾ। ਇਹਨਾਂ ਦੀ ਈਮੇਲ ਹੈਗੀ ਹੈ census@unitedsikhs.org ਤੇ ਤੁਸੀਂ ਜਿਹੜਾ ਈਮੇਲ ਕਰਕੇ ਇਹਨਾਂ ਨੂੰ ਸਵਾਲ ਕਰ ਸਕਦੇ ਆ, ਜਾਂ ਇਹਨਾਂ ਨੇ ਜਿਹੜਾ ਆਪਣਾ ਪਰਸਨਲ ਨੰਬਰ ਦਿੱਤਾ 4692226288 ਇਸ ਨੰਬਰ ਤੇ ਵੀ ਤੁਸੀਂ ਕਾਲ ਕਰਕੇ ਇਹਨਾਂ ਤੋਂ ਜਿਹੜਾ ਬਾਅਦ 'ਚ ਵੀ ਤੁਸੀਂ ਗੱਲਬਾਤ ਕਰਕੇ ਸਵਾਲ ਜਿਹੜਾ ਹੈਗਾ ਪੁੱਛ ਸਕਦੇ ਹੋ। ਸੋ ਬੇਨਤੀ ਆਪਾਂ ਸਾਰਿਆਂ ਨੂੰ ਇਹੀ ਕਰਦੇ ਹਾਂ ਕਿ ਵੱਧ ਤੋਂ ਵੱਧ ਜਿਹੜਾ ਇਹ ਸੈਂਸਸ ਦੇ ਵਿੱਚ ਆਪਾਂ ਹਿੱਸਾ ਲਈਏ, ਆਪਣਾ ਨਾਮ ਦਰਜ ਕਰਾਈਏ। ਜੇ ਤੁਸੀਂ ਨਹੀਂ ਵੀ ਪਹਿਲਾਂ ਕੀਤਾ ਜਾਂ ਤੁਹਾਨੂੰ ਡਾਊਟ ਵੀ ਹੈਗਾ ਕਿ ਸ਼ਾਇਦ ਤੁਸੀਂ ਕੀਤਾ ਕਿ ਨਹੀਂ ਕੀਤਾ, ਤੇ ਉਸ ਦਾ ਮੈਂ ਭਾਈ ਗੁਰਵਿੰਦਰ ਸਿੰਘ ਜੀ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਕਿ ਕਿਸ ਤਰੀਕੇ ਨਾਲ ਵੈਰੀਫਾਈ ਹੋ ਸਕਦਾ ਉਸ ਵੈਬਸਾਈਟ ਤੇ ਜਾ ਕੇ ਵੀ ਸਾਡਾ ਪਹਿਲਾਂ ਹੋ ਚੁੱਕਿਆ ਜਾਂ ਨਹੀਂ ਹੋ ਚੁੱਕਿਆ? ਹਾਂਜੀ, ਉਹ ਹੁੰਦਾ ਜੀ, ਤੁਸੀਂ ਜਦ ਆਪਣੀ ਐਡਰੈਸ ਪਾਉਂਦੇ ਹੋ ਉਹਦੇ ਵਿੱਚ ਉਹਨਾਂ ਨੂੰ ਜ਼ਿਕਰ ਕਰ ਦੇਣਾ ਹੁੰਦਾ ਆ। ਪਰ ਹੁਣ ਜਿੰਨਾ ਕੁ ਸਾਨੂੰ ਜਾਣਕਾਰੀ ਮਿਲ ਰਹੀ ਹੈ ਕਿ ਤੁਸੀਂ ਉਹਨੂੰ ਵਿੱਚ ਪਾ ਕੇ ਉਹਨੂੰ ਓਵਰਰਾਈਡ ਕਰ ਸਕਦੇ ਹੋ, ਤਾਂ ਉਹ ਜਿਹੜਾ ਤੁਹਾਡਾ ਲੇਟੈਸਟ ਰਿਸਪਾਂਸ ਉਹ ਲੈਣਗੇ। ਸੋ ਜੇ ਤੁਸੀਂ ਫਰਜ਼ ਕਰੋ ਤੁਹਾਡੇ ਸ਼ੱਕ ਹੈ ਜਾਂ ਤੁਹਾਨੂੰ ਲੱਗਦਾ ਤੁਸੀਂ ਸ਼ਾਇਦ ਠੀਕ ਨਹੀਂ ਕੀਤਾ, ਤੁਸੀਂ 5 ਮਿੰਟ ਦੁਬਾਰਾ ਕੱਢ ਕੇ ਉਹਦੇ ਵਿੱਚ ਜਾ ਕੇ ਕਰ ਸਕਦੇ ਹੋ। ਪਰ ਉਹਦੇ ਵਿੱਚ ਕਈ ਵਾਰ ਉਹ ਜ਼ਿਕਰ ਕਰ ਦਿੰਦੇ ਨੇ, ਪਰ ਉਹ ਚਾਹੁੰਦੇ ਨੇ ਕਿ ਜਿਹੜਾ ਵੀ ਬੰਦਾ ਹਿੱਸਾ ਲੈ ਰਿਹਾ ਆ ਉਹਦੇ ਵਿੱਚ ਲਵੇ ਤੇ ਉਹਦੇ ਵਿੱਚ ਆંકੜੇ ਪਾਵੇ ਆਪਣੇ। ਸੋ ਉਹਦੇ ਵਿੱਚ ਹੀ ਫਿਲਹਾਲ ਉਹਨਾਂ ਨੇ ਸਾਨੂੰ ਇਹ ਜਵਾਬ ਦਿੱਤਾ ਹੈ ਕਿ ਜੇ ਤੁਸੀਂ ਫਰਜ਼ ਕਰੋ ਕੀਤਾ ਵੀ ਆ ਤਾਂ ਤੁਸੀਂ ਦੁਬਾਰਾ ਜੇ ਭਰਦੇ ਹੋ ਤਾਂ ਉਹਦੇ ਵਿੱਚ ਉਹ ਓਵਰਰਾਈਡ ਕਰਕੇ ਉਹ ਦੇਖਣਗੇ ਕਿ ਹਾਂ ਕਿ ਹੁਣ ਤੁਸੀਂ ਲੇਟੈਸਟ ਜਿਹੜਾ ਜਵਾਬ ਉਹ ਕਿਹੜਾ ਦਿੱਤਾ ਹੈ। ਠੀਕ ਹੈ ਜੀ, ਬਿਲਕੁਲ। ਜਿੱਦਾਂ ਭਾਈ ਗੁਰਵਿੰਦਰ ਸਿੰਘ ਨੇ ਕਲੀਅਰ ਕਰਕੇ ਦੱਸਿਆ ਕਿ ਤੁਸੀਂ ਦੁਬਾਰਾ ਵੀ ਆਪਣੀ ਇਨਫੋਰਮੇਸ਼ਨ ਭਰ ਸਕਦੇ ਹੋ। ਜਿੱਦਾਂ ਕਈ ਵਾਰੀ ਆਪਾਂ ਨੂੰ ਭੁਲੇਖਾ ਹੁੰਦਾ ਕਿ ਸ਼ਾਇਦ ਮੈਂ ਕਰਤਾ ਕਿ ਨਹੀਂ ਕਰਤਾ, ਕਿਉਂਕਿ ਮਾਰਚ ਤੋਂ ਲੈ ਕੇ ਮਾਰਚ ਤੋਂ ਲੈ ਕੇ ਇਹ ਜਿਹੜੀ ਆਪਾਂ ਨੂੰ ਨੋਟੀਫਿਕੇਸ਼ਨ ਆ ਰਹੇ, ਮੇਲਸ ਆ ਰਹੀਆਂ ਸੀਗੀਆਂ ਜਾਂ ਇਨਫੋਰਮੇਸ਼ਨ ਆਪਾਂ ਨੂੰ ਮਿਲ ਰਹੀ ਸੀਗੀ, ਤੇ ਬਹੁਤ ਵਾਰੀ ਇੱਦਾਂ ਹੁੰਦਾ ਕਈ ਵਾਰੀ ਆਪਾਂ ਕਰਕੇ ਭੁੱਲ ਜਾਂਦੇ ਹਾਂ ਵੀ ਅਸੀਂ ਕਰਤਾ ਸੀ ਕਿ ਨਹੀਂ ਕਰਤਾ ਸੀ। ਸੋ ਤੁਸੀਂ ਆਪਣਾ ਵੈਰੀਫਾਈ ਜ਼ਰੂਰ ਕਰੋ। ਜੇ ਤੁਹਾਨੂੰ ਲੱਗਦਾ ਕਿ ਨਹੀਂ ਕੀਤਾ ਤੇ ਤੁਸੀਂ ਆਪਣੀ ਦੁਬਾਰੀ ਇਨਫੋਰਮੇਸ਼ਨ ਜਿਹੜੀ ਪਾ ਕੇ ਜਿਹੜੀ ਇਸ ਜਿਹੜਾ ਮਰਦਮਸ਼ੁਮਾਰੀ ਦੇ ਵਿੱਚ ਹਿੱਸਾ ਜ਼ਰੂਰ ਲਓ। ਹੋਰ ਭਾਈ ਗੁਰਵਿੰਦਰ ਸਿੰਘ ਜੀ, ਤੁਸੀਂ ਆਪਣੇ ਵੱਲੋਂ ਜਿਹੜੀ ਇਸ ਮਰਦਮਸ਼ੁਮਾਰੀ ਦੇ ਬਾਰੇ ਕੀ ਕੋਈ ਸਵਾਲ ਪੁੱਛਣ ਵਾਲਾ ਰਹਿ ਗਿਆ ਹੋਵੇ, ਕੋਈ ਹੋਰ ਜਾਣਕਾਰੀ ਤੁਸੀਂ ਸਾਂਝੀ ਕਰਨੀ ਚਾਹੁੰਦੇ ਹੋਵੋ ਤੇ ਉਹ ਤੁਸੀਂ ਆਪਣੇ ਵੱਲੋਂ ਜ਼ਰੂਰ ਕਰ ਸਕਦੇ ਆ। ਇਹੀ ਬਸ ਕਿ ਇਹ ਹੈਗਾ ਕਿ ਕਈ ਵਾਰ ਸਾਨੂੰ ਇਹ ਵੀ ਸਵਾਲ ਆਉਂਦੇ ਨੇ ਕਿ ਯਾਰ ਮੇਰਾ ਤਾਂ ਬੇਟਾ 2 ਸਾਲ ਦਾ ਜਾਂ ਬੇਬੀ ਹੁਣੇ ਹੀ ਹੋਇਆ ਆ, ਉਹਦਾ ਵੀ ਨਾਂ ਭਰੀਏ। ਮੈਂ ਕਹਿੰਦਾ ਕਿ ਜਿਹੜਾ ਵੀ ਬੰਦਾ, ਜਿਹੜਾ ਵੀ ਇਨਸਾਨ, ਚਾਹੇ ਉਹਦੀ ਉਮਰ 1 ਸਾਲ ਦੀ ਹੈ ਚਾਹੇ 100 ਸਾਲ ਦੀ, ਉਹ ਤੁਹਾਡੇ ਘਰ ਦੇ ਵਿੱਚ, ਉਹ ਤੁਹਾਡੀ ਛੱਤ ਦੇ ਹੇਠਾਂ ਰਹਿੰਦਾ ਆ, ਵਸਦਾ ਆ, ਉਹ ਸਾਰਿਆਂ ਦਾ ਨਾਂ ਦਰਜ ਕਰਾਉਣਾ ਲਾਜ਼ਮੀ ਆ ਤੇ ਜ਼ਰੂਰੀ ਆ ਅਤੇ ਜਾਇਜ਼ ਹੈ। ਚਾਹੇ ਉਹ ਚਾਹੇ ਇੱਕ ਘਰ 'ਚ ਹੀ ਕੋਈ ਸਿਟੀਜ਼ਨ ਆ, ਕੋਈ ਗ੍ਰੀਨ ਕਾਰਡ ਹੋਲਡਰ ਆ, ਕੋਈ ਹੋਰ ਤਰੀਕੇ ਨਾਲ ਅਮਰੀਕਾ 'ਚ ਵਸ ਰਿਹਾ ਆ, ਉਹਨਾਂ ਦਾ ਵੀ ਆਪਣੇ ਆਪ ਨੂੰ ਦਰਜ ਕਰਾਉਣਾ ਜ਼ਰੂਰੀ ਆ, ਲਾਜ਼ਮੀ ਆ ਅਤੇ ਬਿਲਕੁਲ ਜਾਇਜ਼ ਆ। ਇਹ ਮੈਂ ਦੁਬਾਰਾ ਕਹਾਂਗਾ, ਤੁਹਾਡੀ ਇਮੀਗ੍ਰੇਸ਼ਨ ਸਟੇਟਸ, ਤੁਹਾਡੇ ਸੋਸ਼ਲ ਸਿਕਿਉਰਿਟੀ ਨੰਬਰ, ਤੁਹਾਡੇ ਮੈਡੀਕੇਅਰ ਇਹੋ ਜਿਹੇ ਕੋਈ ਸਵਾਲ ਨਹੀਂ ਉਹਨਾਂ ਨੇ ਪੁੱਛਣੇ, ਉਹਨਾਂ ਨੇ ਕੋਈ ਨੰਬਰ ਨਹੀਂ ਇਹੋ ਜਿਹੇ ਲੈਣੇ। ਉਹਨਾਂ ਨੇ ਸਿਰਫ ਤੁਹਾਡੀ ਗਿਣਤੀ ਕਰਨੀ ਆ, ਕਿਸੇ ਨਾਲ ਸਾਂਝੀ ਨਹੀਂ ਕਰਨੀ। ਸੋ ਬੇਖੌਫ ਹੋ ਕੇ ਤੇ ਇਸ ਦੇ ਵਿੱਚ ਆਪਣਾ ਯੋਗਦਾਨ ਪਾਓ, ਹਿੱਸਾ ਲਓ ਤੇ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕਰੋ, ਆਪਣੇ ਰਿਸ਼ਤੇਦਾਰਾਂ ਨੂੰ, ਆਪਣੇ ਦੋਸਤਾਂ ਨੂੰ, ਆਪਣੇ ਯਾਰਾਂ ਨੂੰ, ਆਪਣੇ ਮਿੱਤਰਾਂ ਨੂੰ, ਕਿਉਂਕਿ ਇਹਦਾ ਅਸਰ ਸ਼ਾਇਦ ਸਾਨੂੰ ਨਾ ਮਹਿਸੂਸ ਹੋਵੇ ਪਰ ਸਾਡੇ ਬੱਚਿਆਂ ਨੂੰ ਜ਼ਰੂਰ ਹੋਵੇਗਾ। ਪਰ ਮੈਂ ਤਾਂ ਇਹ ਕਹਾਂਗਾ ਸਾਨੂੰ ਵੀ ਹੋਵੇਗਾ, ਕਿਉਂਕਿ ਇਹਦੇ ਵਿੱਚ ਜੀ $600 ਬਿਲੀਅਨ ਇਹਦੇ ਆਧਾਰ ਤੇ ਵੰਡਿਆ ਜਾਂਦਾ ਆ, ਤੁਸੀਂ ਅੰਦਾਜ਼ਾ ਲਾ ਲਓ। ਹਾਂਜੀ। ਸੋ ਜੇ ਅਸੀਂ ਉਹਦੇ ਵਿੱਚ ਜੇ ਅਸੀਂ ਚਾਹੁੰਦੇ ਕਿ ਉਹਦੇ ਵਿੱਚੋਂ ਰਿਸੋਰਸਿਸ, ਉਹਦੇ ਵਿੱਚੋਂ ਸਹੂਲਤਾਂ ਜਿਹੜੀ ਸਰਕਾਰ ਨੇ ਵੈਸੇ ਵੀ ਵੰਡਣੀਆਂ ਨੇ, ਵੈਸੇ ਵੀ ਦੇਣੀਆਂ ਨੇ, ਜੇ ਚਾਹੁੰਦੇ ਆ ਕਿ ਸਾਡੇ ਪੱਲੇ ਵੀ ਕੁਝ ਪਵੇ, ਸਾਡੇ ਹਿੱਸੇ ਵੀ ਕੁਝ ਆਵੇ, ਤਾਂ ਇਹਦੇ 'ਚ ਹਿੱਸਾ ਲੈਣਾ ਪੈਣਾ। ਵਰਨਾ ਬਾਅਦ 'ਚ ਅਸੀਂ ਇਹੀ ਕਵਾਂਗੇ ਯਾਰ ਸਾਨੂੰ ਇਹ ਨਹੀਂ ਸਹੂਲਤਾਂ ਮਿਲੀ, ਸਾਨੂੰ ਇੱਥੇ ਨਹੀਂ ਕੋਈ ਪੁੱਛ ਰਿਹਾ, ਸਾਨੂੰ ਇੱਥੇ ਇਹਦੇ ਨਾਲ ਇੱਥੇ ਵਿਤਕਰਾ ਹੋ ਗਿਆ ਆ। ਉਹਦਾ ਵੀ ਸਾਹਮਣਾ ਕਰਨਾ ਹੈ ਤੇ ਕਰਨਾ ਪੈਣਾ, ਉਹ ਮੁੱਕਣਾ ਨਹੀਂ ਸਾਰਾ ਕੁਝ, ਪਰ ਉਹਦੇ ਵਿੱਚ ਅਸੀਂ ਆਪਣਾ ਬਣਦਾ ਯੋਗਦਾਨ ਪਾਵਾਂਗੇ ਤੇ ਠੱਲ ਜ਼ਰੂਰ ਪਵੇਗੀ।
ਬਿਲਕੁਲ ਜੀ, ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਇਹ ਸੈਂਸਸ ਦਾ ਵਿੱਚ ਜਿਹੜਾ ਆਪਣਾ ਨਾਮ ਦਰਜ ਕਰਾਉਣ ਦਾ ਜਿੱਥੇ ਲੌਂਗ ਟਰਮ ਤੇ ਸ਼ਾਰਟ ਟਰਮ ਦੋਨੋਂ ਤਰ੍ਹਾਂ ਦੇ ਜਿਹੜੇ ਆਪਣੇ ਫਾਇਦੇ ਜਿਹੜੇ ਹੈਗੇ ਆ। ਹੁਣ ਵੀ ਜਿਹੜਾ ਸ਼ਾਰਟ ਟਰਮ ਦੇ ਵਿੱਚ ਜਿਹੜਾ ਜਿੱਦਾਂ ਤੁਸੀਂ ਦੱਸਿਆ ਕਿ ਜੋ ਪਾਲਿਸੀਜ਼ ਬਣਦੀਆਂ, ਜੋ ਬੈਨੀਫਿਟ ਮਿਲਣੇ ਆ, ਜਿਹੜੀ ਸੈਂਸਸ ਦੇ ਅਕੋਰਡਿੰਗਲੀ ਜਿਹੜੇ ਵੰਡੇ ਜਾਂਦੇ ਆ। ਸੋ ਆਉਣ ਵਾਲੇ ਜੀ ਸਮੇਂ ਦੇ ਵਿੱਚ ਜਿੱਦਾਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ, ਚਾਹੇ ਉਹ ਸਿੱਖ ਹਿਸਟਰੀ ਨੂੰ ਸਕੂਲਾਂ 'ਚ ਪੜ੍ਹਾਉਣ ਦੀ ਗੱਲ ਹੋਵੇ, ਚਾਹੇ ਉਹ ਪੋਲੀਟੀਕਲ ਤੌਰ ਤੇ ਜਿਹੜਾ ਆਪਣੇ ਸਿੱਖ ਕੌਮ ਦਾ ਜਿਹੜਾ ਆਪਣੀ ਨੁਮਾਇੰਦਗੀ ਦੀ ਗੱਲ ਹੋਵੇ। ਸੋ ਇਹਨਾਂ ਸਾਰਿਆਂ ਜੀ ਵਾਸਤੇ ਬਹੁਤ ਜ਼ਰੂਰੀ ਹੈ। ਤੇ ਸਭ ਤੋਂ ਖਾਸ ਗੱਲ ਜਿਹੜੀ ਤੁਸੀਂ ਦੱਸੀ ਆ ਹੁਣੇ, ਮੈਂ ਪੁੱਛਣਾ ਭੁੱਲ ਗਿਆ ਸੀ ਤੁਹਾਨੂੰ ਕਿ ਏਜ ਦੇ ਬਾਰੇ, ਏਜ ਦੇ ਬਾਰੇ ਕਿ ਜਿਹੜਾ ਵੀ ਬੱਚਾ ਚਾਹੇ ਉਹ 2020 ਦੇ ਵਿੱਚ ਵੀ ਜਿਹੜਾ ਬੋਰਨ ਹੋਇਆ, ਚਾਹੇ ਮਹੀਨਾ ਪਹਿਲਾਂ ਬੋਰਨ ਹੋਇਆ, ਉਸ ਦੀ ਵੀ ਇਹਦੇ ਵਿੱਚ ਜੀ ਜਿਹੜੀ ਉਹ ਦਰਜ ਕਰਵਾ ਸਕਦੇ। ਬਿਲਕੁਲ ਹਨੇ। ਬਿਲਕੁਲ ਜੀ ਬਿਲਕੁਲ ਹਾਂਜੀ। ਬਿਲਕੁਲ ਸੋ ਇਹ ਹਾਂਜੀ 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 ਸੋ ਇਹ ਗੱਲ ਬਹੁਤ ਕਿਉਂਕਿ ਜ਼ਰੂਰੀ ਆ ਕਿ ਹਾਂਜੀ ਜਿਹੜੀ ਆਪਣੇ ਜਿੰਨੇ ਵੀ ਆਪਣੇ ਚਾਹੇ ਬੱਚੇ ਆ ਚਾਹੇ ਬਜ਼ੁਰਗ ਆ, ਖਾਸ ਕਰਕੇ ਜਿਹੜੇ ਆਪਣੇ ਬਜ਼ੁਰਗ ਹੈਗੇ ਆ ਜਾਂ ਜਿਨ੍ਹਾਂ ਦੇ ਵਿੱਚ ਆਪਣੇ ਬੱਚੇ ਯੰਗ ਬੱਚੇ ਜਿਹੜੇ ਨਹੀਂ ਹੈਗੇ, ਜਿਨ੍ਹਾਂ ਨੂੰ ਕੰਪਿਊਟਰ ਦੀ ਨਹੀਂ ਜਾਣਕਾਰੀ ਹੈਗੀ, ਸੋ ਆਪਣਾ ਫਰਜ਼ ਬਣਦਾ ਕਿ ਉਹਨਾਂ ਦੀ ਵੀ ਆਪਾਂ ਸਾਰਿਆਂ ਦੀ ਇੱਕ ਦੂਜਿਆਂ ਦੀ ਮਦਦ ਕਰੀਏ ਤਾਂ ਜੋ ਸਾਰਿਆਂ ਦਾ ਜਿਹੜਾ ਨਾਮ ਆ ਜਿਹੜਾ ਇਹ ਮਰਦਮਸ਼ੁਮਾਰੀ ਦੇ ਵਿੱਚ ਦਰਜ ਹੋ ਸਕੇ। ਕੀ ਕਹਿਣਾ ਚਾਹੁੰਦੇ ਸੀ? ਹਾਂਜੀ ਭਾਈ ਸਾਹਿਬ, ਮੈਂ ਇਹੀ ਬੇਨਤੀ ਕਰਦਾ ਕਿ ਦੇਖੋ, ਜੇ ਤੁਸੀਂ ਇਹ ਵੀ ਮੈਂ ਆਪਣੇ ਵੱਲੋਂ ਬੇਨਤੀ ਦੁਬਾਰਾ ਕਰਾਂਗਾ ਕਿ ਦੇਖੋ, ਅਸੀਂ ਸਾਰੇ WhatsApp ਕਿਸੇ ਨਾ ਕਿਸੇ ਗਰੁੱਪ 'ਚ ਵਿੱਚ ਅਸੀਂ ਸ਼ਾਮਲ ਹੁੰਨੇ ਆ। ਅਸੀਂ ਕਈਆਂ ਕੋਲ ਹਾਂਜੀ ਕਿਸੇ ਕੋਲ 20, ਕਿਸੇ ਕੋਲ 50, ਕਿਸੇ ਕੋਲ 100, 200 ਜੋ ਵੀ ਹੈ। ਸਾਡੇ ਨਾਲ ਪਲੀਜ਼ ਸੰਪਰਕ ਕਰੋ, ਸਾਨੂੰ ਟੈਕਸਟ ਕਰੋ, ਸਾਨੂੰ ਮੈਸੇਜ ਪਾਓ। ਅਸੀਂ ਤੁਹਾਨੂੰ ਜਿਹੜੇ ਪੋਸਟਰਸ ਨੇ, ਜਿਹੜੇ ਰਸਾਲੇ ਨੇ, ਹਾਂਜੀ ਜਿਹੜੇ ਇਸ਼ਤਿਹਾਰ ਨੇ ਅਸੀਂ ਤਿਆਰ ਕੀਤੇ ਹੋਏ ਨੇ, ਹਾਂਜੀ ਅਸੀਂ ਤੁਹਾਨੂੰ ਭੇਜ ਸਕਦੇ ਹਾਂ ਤੇ ਤੁਸੀਂ ਅੱਗੇ ਫਿਰ ਆਪਣੀ ਸੰਗਤ ਨੂੰ ਭੇਜ ਸਕੋਗੇ। ਤੁਸੀਂ ਅੱਗੇ ਆਪਣੇ ਪਰਿਵਾਰਾਂ ਨੂੰ, ਆਪਣੇ ਯਾਰਾਂ ਦੋਸਤਾਂ ਨੂੰ ਭੇਜ ਸਕੋਗੇ। ਸੋ ਇੱਕ ਵਧੀਆ ਤਰੀਕਾ ਹੈ, ਸੌਖਾ ਤਰੀਕਾ ਹੈ ਕਿ ਅਸੀਂ ਕਿਵੇਂ ਪ੍ਰਚਾਰ ਕਰ ਸਕਦੇ ਹਾਂ। ਸਾਡੇ ਨਾਲ ਤੁਸੀਂ ਸਾਨੂੰ WhatsApp ਕਰੋ, ਆਪਣਾ ਸਾਂਝੇ ਪੰਜਾਬ ਨੂੰ WhatsApp ਕਰੋ, ਮੈਸੇਜ ਪਾਓ ਤੇ ਅਸੀਂ ਜਿਹੜਾ ਵੀ ਸਾਰਾ ਮਟੀਰੀਅਲ ਹੈ ਤੁਹਾਡੇ ਵੱਲ ਪਹੁੰਚਦਾ ਕਰ ਦਾਂਗੇ। ਤੁਸੀਂ ਫਿਰ ਸੌਖੇ ਤਰੀਕੇ ਨਾਲ, ਉਹ ਪੰਜਾਬੀ 'ਚ ਵੀ ਆ, ਅੰਗਰੇਜ਼ੀ 'ਚ ਵੀ ਆ, ਸੋ ਹਾਂਜੀ ਪਤਾ ਵੀ ਲੱਗ ਜਾਏਗਾ ਕਿ ਸੈਂਸਸ ਦੀ ਅਹਿਮੀਅਤ ਕੀ ਆ ਤੇ ਆਪਣਾ ਜਿਹੜਾ ਰੇਸ ਦੇ ਵਿੱਚ ਸਿੱਖ ਲਿਖਣਾ ਕਿੱਥੇ ਆ, ਸਾਰਾ ਕੁਝ ਉਹਦੇ ਵਿੱਚ ਹੈਗਾ ਆ। ਸੋ ਤੁਸੀਂ WhatsApp ਵੀ ਕਰ ਸਕਦੇ ਹੋ, ਤੁਸੀਂ ਫੋਨ ਵੀ ਕਰ ਸਕਦੇ ਹੋ, ਤੁਸੀਂ ਈਮੇਲ ਵੀ ਕਰ ਸਕਦੇ ਹੋ। ਅਸੀਂ ਕੋਈ ਵੀ ਅਸੀਂ ਹਰ ਜ਼ਰੀਆ ਅਪਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਸਾਡੀ ਸੰਗਤ ਵਾਂਝੀ ਨਾ ਰਹਿ ਜਾਵੇ, ਇਹ ਨਾ ਮਹਿਸੂਸ ਕਰੇ ਕਿ ਯਾਰ ਕੋਈ ਦੁਬਿਧਾ ਹੈਗੀ ਆ ਜਾਂ ਸਾਨੂੰ ਇਸ ਚੀਜ਼ ਦੇ ਬਾਰੇ ਪਤਾ ਨਹੀਂ। ਜੇ ਕੋਈ ਵੀ ਸਵਾਲ ਹੋਵੇ, ਕਿਉਂਕਿ ਦੇਖੋ ਹੋ ਸਕਦਾ ਅਸੀਂ ਤੁਹਾਡੇ ਸਵਾਲ ਦਾ ਸ਼ਾਇਦ ਜਵਾਬ ਨਹੀਂ ਦੇ ਸਕੇ ਇਸ ਪ੍ਰੋਗਰਾਮ ਦੇ ਵਿੱਚ, ਤੁਹਾਡੇ ਕੋਲ ਕੋਈ ਹੋਰ ਸਵਾਲ ਹੋ ਸਕਦਾ, ਕੋਈ ਹੋਰ ਸ਼ੰਕਾ ਹੋ ਸਕਦੀ ਆ, ਪਰ ਉਹ ਆਪਣੇ ਜ਼ਿਹਨ 'ਚ ਨਾ ਰੱਖਿਓ, ਆਪਣੇ ਮਨ 'ਚ ਨਾ ਰੱਖਿਓ। ਸਾਡੇ ਕੋਲ 2-3 ਹਫ਼ਤੇ ਹੀ ਰਹਿੰਦੇ ਆ। ਮੈਂ ਆਪਣੇ ਭੈਣ ਭਰਾਵਾਂ ਨੂੰ ਬੇਨਤੀ ਕਰਦਾ, 2-3 ਹਫ਼ਤੇ ਹੀ ਰਹਿੰਦੇ ਆ, ਵਰਨਾ 10 ਸਾਲ ਬਾਅਦ ਮੌਕਾ ਮਿਲਣਾ ਆ। ਉਹ ਮੌਕਾ ਦੁਬਾਰਾ ਇਹੋ ਜਿਹਾ ਮਿਲੇ ਨਾ ਮਿਲੇ, ਉਹਦੀ ਕੋਈ ਗਰੰਟੀ ਨਹੀਂ ਲੈ ਸਕਦਾ, ਅਗਲੇ ਸਾਹ ਦੀ ਨਹੀਂ ਲੈ ਸਕਦਾ। ਪਰ ਹਾਂਜੀ ਮੈਂ ਇੱਕ ਚੀਜ਼ ਕਹਿਣਾ ਚਾਹਾਂਗਾ, ਅਸੀਂ ਜੀ ਵੱਧ ਚੜ ਕੇ ਇਹਦੇ ਵਿੱਚ ਯੋਗਦਾਨ ਪਾਉਂਦੇ ਆ, ਹਿੱਸਾ ਲੈਂਦੇ ਆ ਨਾ ਜੀ। ਸੈਂਸਸ ਬਿਊਰੋ ਨੇ ਕਾਫੀ ਹੱਦ ਤੱਕ ਕਿਹਾ ਕਿ ਅਗਲੀ ਵਾਰ ਜਿਹੜਾ ਲਫ਼ਜ਼ ਸਿੱਖਿਆ ਉਹ ਸੈਂਸਸ ਦੇ ਉੱਪਰ ਬਤੌਰ ਤੌਰ ਤੇ ਆਵੇਗਾ ਤੇ ਸਾਨੂੰ ਕਾਂਟਾ ਨਹੀਂ ਮਾਰਨਾ ਪਵੇਗਾ। ਜਿੱਥੇ ਵੱਖਰੀਆਂ ਰੇਸਿਸ ਪਾਈਆਂ ਨੇ ਨਾ ਜੀ, ਜਿੱਥੇ ਵੱਖਰੀਆਂ ਰੇਸਿਸ ਪਾਈਆਂ ਨੇ, ਉਹਦੇ ਵਿੱਚ ਸਾਡਾ ਨਾਮ ਉੱਥੇ ਆਵੇਗਾ, ਨਾ ਕਿ ਸਾਨੂੰ ਲਿਖਣਾ ਪਵੇਗਾ। ਪਰ ਉਹ ਤਾਂ ਹੀ ਹੋ ਸਕਦਾ ਜੇ ਅਸੀਂ ਵੱਧ ਚੜ ਕੇ ਇਸ ਵਾਰ ਆਪਣਾ ਨਾਮ ਲਿਖਾਂਗੇ, ਆਪਣੀ ਪੰਥ, ਆਪਣੀ ਕੌਮ ਦਾ, ਸਿੱਖ ਪੰਥ ਨੂੰ ਅਸੀਂ ਇਹ ਸਮਰਪਿਤ ਕਰਦੇ ਹਾਂ ਕਿ ਅਸੀਂ ਇਸ ਸੈਂਸਸ ਦੇ ਵਿੱਚ 5 ਮਿੰਟ ਕੱਢ ਕੇ ਸਮਰ ਰੇਸ ਨੂੰ ਕਾਂਟਾ ਲਾ ਕੇ ਸਿੱਖ SIKH ਲਿਖਣਾ ਆ। ਬਹੁਤ ਸੌਖਾ ਆ, ਹੋਰ ਕੁਝ ਅੱਗੇ ਪਿੱਛੇ ਲਿਖਣ ਦੀ ਲੋੜ ਨਹੀਂ। ਪੰਜਾਬੀ, ਸਿੱਖ ਅਮਰੀਕਨ, ਸਿਰਫ ਸਿੱਖ ਲਿਖਣਾ ਆ ਤੇ ਇਹਦੇ ਨਾਲ ਸਾਡਾ ਕੰਮ ਜੀ ਸੰਪੂਰਨ ਤੌਰ ਤੇ ਹੋ ਜਾਵੇ। ਬਿਲਕੁਲ ਜੀ, ਵਾਰ-ਵਾਰ ਇਹੀ ਬੇਨਤੀ ਕਰਦੇ ਹਾਂ ਕਿ ਆਪਾਂ ਨੇ ਇਸ ਮੰਚ ਤੋਂ ਵੀ ਆਪਾਂ ਬੇਨਤੀ ਕਰਦੇ ਹਾਂ ਕਿ ਜ਼ਰੂਰ ਵੱਧ ਤੋਂ ਵੱਧ ਇਸ ਦੇ ਵਿੱਚ ਜਿਹੜਾ ਹਿੱਸਾ ਲਓ, ਤਾਂ ਜੋ ਜਿਹੜੀ ਆਪਣੀ ਇਹ ਗਿਣਤੀ ਹੈ ਜਿਹੜੀ ਇਸ ਦੇ ਵਿੱਚ ਹੋ ਸਕੇ। ਭਾਈ ਗੁਰਵਿੰਦਰ ਸਿੰਘ ਜੀ, ਤੁਹਾਡਾ ਵੀ ਆਪਾਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਤੁਸੀਂ ਆਪਣੇ ਵੱਲੋਂ ਇੰਨੀ ਮਿਹਨਤ ਕਰ ਰਹੇ ਹੋ, ਇਸ ਦੇ ਵਿੱਚ ਸੰਗਤ ਨੂੰ ਉਤਸ਼ਾਹਿਤ ਕਰ ਰਹੇ ਹੋ ਕਿ ਉਹ ਆਪਣਾ ਹਿੱਸਾ ਲੈਣ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਲਈ ਵੀ ਬਹੁਤ-ਬਹੁਤ ਤੁਹਾਡਾ ਧੰਨਵਾਦ। ਜਾਂਦੇ ਤੁਸੀਂ ਕੁਝ ਆਪਣੇ ਸੁਣਨ ਵਾਲੇ ਸਰੋਤਿਆਂ ਨੂੰ ਜਾਂ ਕੋਈ ਖਾਸ ਬੇਨਤੀ ਕਰਨੀ ਚਾਹੁੰਦੇ ਹੋ ਤਾਂ ਜ਼ਰੂਰ ਕਰ ਸਕਦੇ ਹਾਂ ਜੀ। ਮੇਰੀ ਬੇਨਤੀ ਇਹੀ ਜੀ ਕਿ ਬਸ ਪਲੀਜ਼ ਪ੍ਰਚਾਰ ਕਰੋ, ਦੱਸੋ, ਪਰਿਵਾਰ ਵਿੱਚ ਗੱਲ ਕਰੋ, ਚਰਚਿਤ ਕਰੋ, ਕਿਉਂਕਿ ਅਸੀਂ ਹਮੇਸ਼ਾ ਗੱਲ ਕਰਦੇ ਹਾਂ ਸਿੱਖ ਪੰਥ ਇੱਕ ਵੱਖਰੀ ਕੌਮ ਆ। ਅਸੀਂ ਹਮੇਸ਼ਾ ਗੱਲ ਕਰਦੇ ਹਾਂ, ਅਸੀਂ ਬੱਚਿਆਂ ਦੇ ਵਿੱਚ ਉਹ ਜਜ਼ਬਾ ਉਜਾਗਰ ਕਰਨਾ ਚਾਹੁੰਦੇ ਹਾਂ ਕਿ ਉਹ ਸਿੱਖ ਹੋਣ ਦਾ ਇਕੱਲਾ ਮਹਿਸੂਸ ਨਾ ਕਰ, ਪਰ ਮਾਣ ਕਰਨ ਕਿ ਮੈਂ ਸਿੱਖ ਹਾਂ। ਇਹ ਮੌਕਾ ਹੈ, ਅਸੀਂ ਮਾਣ ਕਰੀਏ ਕਿ ਅਸੀਂ ਸਿੱਖ ਹਾਂ। ਅਸੀਂ ਇਹ ਮਹਿਸੂਸ ਕਰੀਏ ਕਿ ਅਸੀਂ ਇੱਕ ਵੱਖਰੀ ਕੌਮ ਆ। ਅਸੀਂ ਸਿਰਫ ਮਹਿਸੂਸ ਨਾ ਕਰੀਏ, ਇਹ ਤੇ ਅਮਲ ਵੀ ਕਰੀਏ। ਅਸੀਂ ਆਪਣੇ ਆਪ ਨੂੰ ਦਰਜ ਕਰਾਈਏ, ਦਰਜ ਕਰਾਵਾਂਗੇ ਤਾਂ ਸਾਡੀ ਹੋਂਦ ਹੈ
ਵਰਨਾ ਤੁਹਾਨੂੰ ਪਤਾ ਗੱਲਾਂ ਦੇ ਨਾਲ ਹੋਂਦ ਨਹੀਂ ਹੁੰਦੀ, ਅੰਕੜਿਆਂ ਨਾਲ ਹੁੰਦੀ ਆ। ਇਹਦੇ ਨਾਲ ਅਸੀਂ ਡਟ ਕੇ ਕਹਿ ਸਕਦੇ ਹਾਂ, ਅਸੀਂ ਆਪਣੇ ਬੱਚਿਆਂ ਨੂੰ ਮੂੰਹ ਦਿਖਾ ਸਕਾਂਗੇ ਕਿ ਦੇਖੋ ਜਦ ਸਾਡੇ ਕੋਲੇ ਮੌਕਾ ਆਇਆ ਸੀਗਾ ਅਸੀਂ ਪਿੱਛੇ ਨਹੀਂ ਹਟੇ, ਹਾਂਜੀ। ਅਸੀਂ ਵੱਧ ਚੜ ਕੇ ਯੋਗਦਾਨ ਪਾਇਆ, ਅਸੀਂ ਪ੍ਰਚਾਰ ਕੀਤਾ, ਅਸੀਂ ਆਪਣੇ ਪਰਿਵਾਰ ਨੂੰ ਨਾਲ ਰਲਾਇਆ, ਅਸੀਂ ਇਹਦੇ ਬਾਰੇ ਆਪਣੀ ਕਮਿਊਨਿਟੀ ਨੂੰ ਦੱਸਿਆ, ਗੁਰਦੁਆਰਿਆਂ 'ਚ ਅਸੀਂ ਦੱਸਿਆ, ਜਾਂ ਅਸੀਂ ਅਨਾਉਂਸਮੈਂਟਾਂ ਕੀਤੀਆਂ, ਜਾਂ ਅਸੀਂ WhatsApp ਤੇ ਭੇਜਿਆ, ਕੁਝ ਵੀ ਕੀਤਾ, ਪਰ ਅਸੀਂ ਚੁੱਪ ਨਹੀਂ ਰਹੇ, ਅਸੀਂ ਘਰੇ ਨਹੀਂ ਬੈਠੇ, ਅਸੀਂ ਇਹਦੇ ਵਿੱਚ ਯੋਗਦਾਨ ਆਪਣਾ ਜ਼ਰੂਰ ਪਾਇਆ। ਕਿਉਂਕਿ ਬੱਚਿਆਂ ਨੇ ਕੱਲ ਜ਼ਰੂਰ ਪੁੱਛਣਾ ਭਾਈ ਸਾਹਿਬ ਜੇ ਇਹਦੇ ਵਿੱਚ ਕੋਈ ਢਿੱਲ ਪੈ ਗਈ ਕਿ ਤੁਸੀਂ ਕੀ ਕੀਤਾ ਸੀਗਾ, ਇਹ ਨਾ ਹੋਵੇ ਕਿ ਅਸੀਂ ਜੀ ਘਰੇ ਬਹਿ ਗਏ ਸੀ ਜਾਂ ਅਸੀਂ ਜੀ ਆਲਸੀ ਹੋ ਗਏ ਸੀ। ਸੋ ਮੈਂ ਬੇਨਤੀ ਕਰਾਂਗਾ ਸਾਰੇ ਮੇਰੇ ਭੈਣ ਭਰਾਵਾਂ ਨੂੰ, ਬਜ਼ੁਰਗਾਂ ਨੂੰ, ਮਾਤਾਵਾਂ ਨੂੰ, ਬੱਚਿਆਂ ਨੂੰ, ਪਲੀਜ਼ ਯੋਗਦਾਨ ਪਾਓ, ਪਲੀਜ਼ ਹਿੱਸਾ ਲਿਓ। ਇਹਦੇ ਬਾਰੇ ਸਾਨੂੰ ਦੁਬਾਰਾ ਮੌਕਾ ਮਿਲੇ ਨਾ ਮਿਲੇ, ਸਿਰਫ 3 ਹਫ਼ਤੇ ਰਹਿੰਦੇ ਨੇ, ਤੇ ਅਸੀਂ ਜ਼ਰੂਰ ਆਪਣਾ ਸਮਾਂ ਕੱਢ ਕੇ ਬੁਲੰਦ ਆਵਾਜ਼ ਵਿੱਚ ਕਹਿ ਸਕੀਏ ਕਿ ਅਸੀਂ ਸਿੱਖ ਹਾਂ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਸਾਡੇ ਨਾਲ ਜੁੜਨ ਦੇ ਲਈ। ਸੋ ਜ਼ਰੂਰ ਆਪਾਂ ਫੇਰ ਵੀ ਮੌਕਾ ਮਿਲਿਆ ਤਾਂ ਆਪਾਂ ਕੋਸ਼ਿਸ਼ ਕਰਾਂਗੇ ਦੁਬਾਰਾ ਆਪਾਂ ਜਿਹੜੇ ਸੰਗਤ ਨੂੰ ਜਾਗਰੂਕ ਵੀ ਕਰੀਏ ਇਸ ਬਾਰੇ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਕੁਲਵਿੰਦਰ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਸਰੋਤਿਓ, ਇਹ ਆਪਾਂ ਗੁਰਵਿੰਦਰ ਸਿੰਘ ਹੋਣੀ ਜਿਹੜੇ ਯੂਨਾਈਟਿਡ ਸਿੱਖ ਤੋਂ ਸੀ ਉਹਨਾਂ ਨਾਲ ਗੱਲਬਾਤ ਕਰ ਰਹੇ ਸੀਗੇ, ਤੇ ਉਹਨਾਂ ਨੇ ਆਪਾਂ ਨੂੰ ਬੜੀ ਡਿਟੇਲ ਦੇ ਵਿੱਚ ਜਿਹੜੀ ਜਾਣਕਾਰੀ ਦਿੱਤੀ ਹੈ ਕਿ ਜਿਹੜਾ ਸੈਂਸਸ ਦੇ ਵਿੱਚ ਮਰਦਮਸ਼ੁਮਾਰੀ ਦੇ ਵਿੱਚ ਹਿੱਸਾ ਲੈਣਾ ਆਪਣਾ ਕਿਉਂ ਜ਼ਰੂਰੀ ਹੈ। ਸੋ ਆਪਾਂ ਸਾਰੇ ਕੋਸ਼ਿਸ਼ ਕਰੀਏ ਕਿ ਵੱਧ ਚੜ ਕੇ ਇਸ ਮਰਦਮਸ਼ੁਮਾਰੀ ਦੇ ਵਿੱਚ ਆਪਾਂ ਹਿੱਸਾ ਲਈਏ। ਬਹੁਤ ਸਾਰੇ ਸਵਾਲ ਹੁੰਦੇ ਆ ਕਿ ਜਦੋਂ ਆਪਾਂ ਫਾਰਮ ਭਰ ਲੱਗਦੇ ਹਾਂ ਉੱਥੇ ਵੈਬਸਾਈਟ 'ਤੇ ਜਾ ਕੇ ਖੋਲ੍ਹ ਕੇ ਆਪਾਂ ਉਸ ਨੂੰ ਕਰ ਲੱਗਦੇ ਹਾਂ, ਉਦੋਂ ਆਪਾਂ ਨੂੰ ਕਈ ਗੱਲਾਂ ਸਮਝ ਨਹੀਂ ਆਉਂਦੀਆਂ। ਸੋ ਉਹਨਾਂ ਨੇ ਆਪਣਾ ਜਿਹੜਾ ਨੰਬਰ ਹੈਗਾ, ਜਿਹੜਾ ਉਹ ਪਰਸਨਲ ਨੰਬਰ ਵੀ ਆਪਣਾ ਦਿੱਤਾ ਹੋਇਆ ਹੈਗਾ, ਜਾਂ ਤੁਸੀਂ ਆਪਣੀ TV ASP ਦੀ ਟੀਮ ਨੂੰ ਵੀ ਤੁਸੀਂ ਕਾਲ ਕਰਕੇ ਉਹਨਾਂ ਨੂੰ ਪੁੱਛ ਸਕਦੇ ਹੋ, ਅਤੇ ਤੁਹਾਡੇ ਨਾਲ ਜਿਹੜੀ ਜਾਣਕਾਰੀ ਹੈ ਜਿਹੜੀ ਸਾਂਝੀ ਕਰ ਦੇਵਾਂਗੇ। ਮੈਂ ਨੰਬਰ ਉਹਨਾਂ ਦਾ ਇੱਕ ਵਾਰੀ ਦੁਬਾਰਾ ਫਿਰ ਬੋਲ ਦੇਣਾ ਕਿ ਗੁਰਵਿੰਦਰ ਸਿੰਘ ਹੋਣਾ ਨੂੰ ਤੁਸੀਂ 4692226288 ਇਸ ਨੰਬਰ 'ਤੇ ਤੁਸੀਂ ਕਾਲ ਕਰਕੇ ਉਹਨਾਂ ਤੋਂ ਸਵਾਲ ਪੁੱਛ ਸਕਦੇ ਹਾਂ। ਸੋ ਇਹ ਪ੍ਰੋਗਰਾਮ ਜੋ ਆਪਾਂ ਸ਼ੁਰੂ ਕੀਤਾ, ਅੱਜ ਆਪਣਾ ਪਹਿਲਾ ਦਿਨ ਸੀਗਾ ਪ੍ਰੋਗਰਾਮ ਦਾ, ਪੰਥਕ ਸੱਥ ਜਿਹੜਾ ਪ੍ਰੋਗਰਾਮ ਸ਼ੁਰੂ ਕੀਤਾ, ਇਹਦੇ ਵਿੱਚ ਆਪਾਂ ਇਸੇ ਤਰੀਕੇ ਨਾਲ ਵੱਖੋ ਵੱਖ ਵਿਸ਼ਿਆਂ 'ਤੇ ਜਿਹੜੀ ਆਪਾਂ ਗੱਲਬਾਤ ਕਰਿਆ ਕਰਾਂਗੇ। ਜਿਹੜੇ ਪੰਥ ਦੇ ਅਹਿਮ ਮਸਲੇ ਆ ਉਹਨਾਂ 'ਤੇ ਗੱਲਬਾਤ ਕਰਿਆ ਕਰਾਂਗੇ। ਅਤੇ ਜਿਸ ਤਰ੍ਹਾਂ ਇਸ ਪ੍ਰੋਗਰਾਮ ਦਾ ਨਾਮ ਵੀ ਹੈਗਾ ਪੰਥਕ ਸੱਥ, ਸਾਂਝ, ਸਲਾਹ ਅਤੇ ਹੱਲ, ਜਿਹੜੇ ਵਿਸ਼ੇ ਹੈਗੇ ਤੁਹਾਡੇ ਨਾਲ ਸਾਂਝ ਪਾਇਆ ਕਰਾਂਗੇ, ਤੁਹਾਡੀ ਸਲਾਹ ਲਿਆ ਕਰਾਂਗੇ, ਅਤੇ ਆਪਾਂ ਉਸ ਦੀ ਜਿਹੜੇ ਹੱਲ ਲੱਭਣ ਦੀ ਜਿਹੜੀ ਇਸ ਪ੍ਰੋਗਰਾਮ ਦੇ ਵਿੱਚ ਜਿਹੜੀ ਕੋਸ਼ਿਸ਼ ਕਰਿਆ ਕਰਾਂਗੇ, ਤਾਂ ਜੋ ਜਿਹੜੇ ਆਪਣੀਆਂ ਪੰਥਕ ਵਿਚਾਰਾਂ ਜਿਹੜੀਆਂ, ਜਿੱਦਾਂ ਇੱਕ ਪਿੰਡ ਦੀ ਸੱਥ ਹੁੰਦੀ ਹੈ ਜਿੱਥੇ ਆਪਾਂ ਬੈਠ ਕੇ ਹਰ ਤਰ੍ਹਾਂ ਦੀ ਗੱਲਬਾਤ ਕਰਦੇ ਹਾਂ। ਸੋ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਪੰਥਕ ਵਿਸ਼ਿਆਂ ਨੂੰ ਲੈ ਕੇ ਜਿਹੜੀ, ਚਾਹੇ ਉਹ ਕਿਸੇ ਵੀ ਤਰੀਕੇ ਨਾਲ ਹੋਣ, ਪੋਲੀਟੀਕਲ ਤੌਰ 'ਤੇ ਹੋਣ, ਆਰਥਿਕ ਤੌਰ 'ਤੇ ਹੋਣ, ਜਾਂ ਜਿਵੇਂ ਵੀ ਜਿਹੜੇ ਪੋਪੂਲੇਟ ਆਪਣੇ ਸਿੱਖ ਕੌਮ ਦੇ ਵਿਸ਼ੇ ਹੋਣਗੇ, ਆਪਾਂ ਇਸ ਪ੍ਰੋਗਰਾਮ ਦੇ ਵਿੱਚ ਜਿਹੜੇ ਡਿਸਕਸ ਕਰਿਆ ਕਰਾਂਗੇ, ਗੱਲਬਾਤ ਕਰਿਆ ਕਰਾਂਗੇ। ਸੋ ਜ਼ਰੂਰ ਤੁਸੀਂ ਇਸ ਪ੍ਰੋਗਰਾਮ ਨੂੰ ਜਿਹੜਾ ਆਪਣੇ ਜਿਹੜੇ ਫੇਸਬੁੱਕ ਪੇਜ ਆ TV ASP ਦੇ, ਜਾਂ ਪੰਥਕ ਸੱਥ ਫੇਸਬੁੱਕ ਪੇਜ ਜਿਹੜਾ ਹੈਗਾ, ਤੁਸੀਂ ਉਸ ਨੂੰ ਲਾਈਕ ਕਰੋ, ਉਹਨੂੰ ਫੋਲੋ ਕਰੋ, ਤਾਂ ਜੋ ਜਦੋਂ ਵੀ ਪ੍ਰੋਗਰਾਮ ਸ਼ੁਰੂ ਹੋਵੇ ਤੁਹਾਡੇ ਤੱਕ ਜਿਹੜੀ ਜਾਣਕਾਰੀ ਪਹੁੰਚ ਸਕੇ। ਸੋ ਅੱਜ ਦਾ ਪ੍ਰੋਗਰਾਮ ਜਿਹੜਾ ਆਪਾਂ ਇੱਥੇ ਸਮਾਪਤ ਕਰਦੇ ਹਾਂ। ਸੋ ਇੱਕ ਵਾਰੀ ਫੇਰ ਯੂਨਾਈਟਿਡ ਸਿੱਖਸ ਵੱਲੋਂ ਜਿਹੜੇ ਗੁਰਵਿੰਦਰ ਸਿੰਘ ਵੀਰ ਜੀ ਆਪਣੇ ਨਾਲ ਜੁੜੇ ਸੀ, ਉਹਨਾਂ ਦਾ ਧੰਨਵਾਦ। ਸਾਰਿਆਂ ਸਰੋਤਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।